ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਵਿਸ਼ਵ ਭਰ ਦੇ ਦਰਸ਼ਕਾਂ ਦਾ ਸਵਾਗਤ ਹੈ। ਹੁਣ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਆਪਣੇ ਅੱਜ ਦੇ ਗੈਸਟ ਦੇ ਨਾਲ ਕਰਵਾਉਂਦੇ ਹਾਂ ਤੇ ਨਾਲ ਕੁਝ ਖਬਰਾਂ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਕੁਝ ਹੋਰ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਸਾਡੇ ਨਾਲ ਅੱਜ ਦੇ ਗੈਸਟ ਨੇ ਡਾਕਟਰ SS ਦੀਪਤੀ। ਸੋ ਆਓ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬ੍ਰੇਕਫਾਸਟ ਸ਼ੋਅ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਖਬਰਾਂ ਦੇ ਉੱਤੇ ਚਰਚਾ ਕਰ ਲਈਏ ਕਿਉਂਕਿ ਤੁਹਾਡਾ ਵੀ ਵਾਹ ਵਾਸਤਾ ਜਿਹੜਾ ਆ ਉਹ ਪੱਤਰਕਾਰੀ ਦੇ ਨਾਲ ਵੀ ਆ, ਸਾਹਿਤ ਦੇ ਨਾਲ ਵੀ ਆ। ਸੋ ਇੱਕ ਬੜੀ ਚਰਚਾ ਛਿੜੀ ਹੋਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਆਮ ਆਦਮੀ ਕਲੀਨਿਕ ਜਿਹੜਾ ਬਣਾਇਆ ਗਿਆ ਆ ਉਹਦੀ ਹੋਰਡਿੰਗ ਜਿੱਧਰ ਨੂੰ ਵੀ ਚਲੇ ਜਾਓ ਉੱਧਰ ਬੜੇ ਬੜੇ ਵੱਡੇ ਬੋਰਡ ਲੱਗੇ ਹੋਏ ਆ। ਇਸ ਚੀਜ਼ ਉੱਤੇ ਜਿਹੜਾ ਵਿਰੋਧੀ ਧਿਰ ਆ ਉਹ ਵੀ ਜਿਹੜਾ ਕਹਿ ਰਿਹਾ ਆ ਕਿ ਹੋ ਕੀ ਰਿਹਾ ਆ, ਇਹ ਕਿਉਂ ਇਸ ਤਰ੍ਹਾਂ ਜਿਹੜਾ ਚੱਲ ਰਿਹਾ ਆ ਕਿ ਐਡਵਰਟਾਈਜ਼ਮੈਂਟ 'ਤੇ ਖਰਚਾ ਬੜਾ ਕੀਤਾ ਜਾ ਰਿਹਾ, ਜ਼ਮੀਨੀ ਪੱਧਰ 'ਤੇ ਕੁਛ ਨਜ਼ਰ ਨਹੀਂ ਆ ਰਿਹਾ। ਤੁਸੀਂ ਡਾਕਟਰ ਵੀ ਰਹੇ ਹੋ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਐਡਵਰਟਾਈਜ਼ਮੈਂਟ ਜ਼ਿਆਦਾ ਚਾਹੇ ਕਿ ਸਿਹਤ ਸਹੂਲਤਾਂ ਲੋਕਾਂ ਨੂੰ ਘੱਟ ਹੀ ਮਿਲ ਰਹੀਆਂ ਨੇ? ਦੇਖੋ, ਆਮ ਆਦਮੀ ਪਾਰਟੀ ਦੀ ਚਾਹੇ ਮਤਲਬ ਕਿ ਪੰਜਾਬ ਵਿੱਚ ਸਰਕਾਰ ਜਿਹੜੀ ਹੈ ਹੁਣ ਬਣੀ ਹੈਗੀ ਹੈ, ਹਜੇ ਸਾਲ ਵੀ ਨਹੀਂ ਹੋਇਆ। ਅਤੇ ਇਹਨਾਂ ਦੀ ਸਰਕਾਰ ਜਿਹੜੀ ਹੈਗੀ ਹੈ ਦਿੱਲੀ ਦੇ ਵਿੱਚ ਵੀ ਮਤਲਬ ਕਿ ਰਹੀ ਹੈਗੀ ਹੈ। ਪਰ ਸ਼ੁਰੂ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਨਹੀਂ ਕਿ ਹੁਣ ਜਿੱਤੇ ਨੇ ਇਹਨਾਂ ਦਾ ਸਰਕਾਰ ਬਣੀ ਹੈ, ਪਰ ਪਿਛਲੀ ਵਾਰੀ ਇਹ ਮਤਲਬ ਕਿ ਇਹਨਾਂ ਨੇ ਉਦੋਂ ਵੀ ਇਲੈਕਸ਼ਨ ਲੜਿਆ ਸੀਗਾ ਅਤੇ ਚੰਗੀ ਮੈਜੋਰਟੀ ਨਾਲ ਇਹਨਾਂ ਦੇ 20-22 ਜਿਹੜੇ MLA ਉਦੋਂ ਵੀ ਜਿੱਤੇ ਸੀਗੇ ਜੀ। ਪਰ ਆਪਾਂ ਦੇਖ ਸਕਦੇ ਜਿਹੜਾ ਇਹਦਾ ਤਰੀਕਾਕਾਰ ਹੈਗਾ ਉਹ ਐਡਵਰਟਾਈਜ਼ਮੈਂਟ ਦੇ ਉੱਤੇ ਮਤਲਬ ਕਿ ਕਾਫੀ ਰਿਹਾ ਹੈਗਾ। ਹੁਣ ਵੀ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਦੀ ਸਰਕਾਰ ਬਣੀ ਹੈਗੀ ਹੈ ਹਰ ਰੋਜ਼ ਹੀ ਆਪਾਂ ਕਹਿ ਸਕਦੇ ਇੱਕ ਪੇਜ ਜਿਹੜਾ ਹੈਗਾ ਕਿਸੇ ਨਾ ਕਿਸੇ ਬਹਾਨੇ ਉਹ ਅਖਬਾਰ ਦੇ ਵਿੱਚ ਫੁੱਲ ਪੇਜ ਹੁੰਦਾ ਹੈਗਾ। ਮਤਲਬ ਕਿ ਮੈਂ ਤਾਂ ਕਈ ਵਾਰੀ ਇਸ ਤਰ੍ਹਾਂ ਹੈਰਾਨ ਹੁੰਦਾ ਕਿ ਇਹਨਾਂ ਨੇ ਉਹੋ ਜਿਹੇ ਦਿਨ ਲੱਭੇ ਨੇ, ਮਤਲਬ ਕਿ ਉਹੋ ਜਿਹੇ ਬੰਦਿਆਂ ਦੇ ਸ਼ਖਸੀਅਤਾਂ ਦੇ, ਉਹ ਠੀਕ ਹੈ ਨਾਮਵਰ ਸ਼ਖਸੀਅਤਾਂ ਹੋਣਗੀਆਂ ਪਰ ਉਹ ਹਜੇ ਤੱਕ ਮਤਲਬ ਕਿ ਕਦੇ ਕਿਸੇ ਨੇ ਯਾਦ ਨਹੀਂ ਸੀ ਕੀਤੀ, ਪਰ ਇਹਨਾਂ ਨੇ ਲੱਭ ਕੇ ਇੱਕ ਤਰੀਕਾ ਲੱਭਿਆ ਕਿ ਉਹਨਾਂ ਦੇ ਜਨਮ ਦਿਨ ਜਾਂ ਕੁਛ ਹੋਰ ਖਾਸ ਦਿਨ ਲੱਭ ਕੇ ਇਸ਼ਤਿਹਾਰ ਦੇਣ ਦਾ। ਯਾਨੀ ਕਿ ਮੈਂ ਕਹਿੰਦਾ ਵੀ ਉਹਦੇ ਵਿੱਚ ਉਸ ਸ਼ਖਸ ਦੀ ਜਿਹੜੀ ਤਸਵੀਰ ਦੀ ਉਨੀ ਅਹਿਮੀਅਤ ਨਹੀਂ ਹੁੰਦੀ ਜਿੰਨੀ ਮੈਂ ਸਮਝਦਾ ਕਿ ਚੀਫ ਮਿਨਿਸਟਰ ਨੇ ਆਪਣੀ ਉਹ ਜਿਹੜੀ ਛਵੀ ਹੈਗੀ ਹੈ ਉਹਨੂੰ ਉਭਾਰਨ ਦੀ ਹੁੰਦੀ ਹੈ। ਚਲੋ ਸ਼ਖਸੀਅਤਾਂ ਨੂੰ ਯਾਦ ਕਰਨਾ, ਆਪਾਂ ਉਹਨਾਂ ਦਾ ਜਨਮ ਦਿਨ ਜਾਂ ਉਹਨਾਂ ਦਾ ਕੋਈ ਉਹ ਕੰਮ ਕੀਤਾ ਹੈਗਾ ਉਹਨੂੰ ਯਾਦ ਕਰਨਾ ਵਧੀਆ ਗੱਲ ਹੈਗੀ ਹੈ, ਪਰ ਮਤਲਬ ਕਿ ਇਸ਼ਤਿਹਾਰ ਨਾਲ ਮਤਲਬ ਕਿ ਜਿਹੜਾ ਹੈਗਾ ਉਹ ਕੋਈ ਬਹੁਤਾ ਵਧੀਆ ਤਰੀਕਾ ਨਹੀਂ ਹੈਗਾ। ਅਤੇ ਦੂਜਾ ਹੈਗਾ ਕਿ ਇਹ ਜਿਹੜਾ ਇਸ਼ਤਿਹਾਰ ਦੇ ਉੱਤੇ ਜਿਹੜਾ ਖਰਚਾ ਆਉਂਦਾ ਹੈਗਾ ਉਹ ਮਤਲਬ ਕਿ ਜੇ ਚੰਗੇ ਕੰਮਾਂ ਵਿੱਚ ਲਾਇਆ ਜਾਵੇ ਤਾਂ ਆਪਾਂ ਉਹ ਗੱਲ ਕਰ ਸਕਦੇ ਹੈਗੇ ਆ। ਪਰ ਆਪਾਂ ਦੇਖ ਰਹੇ ਹਾਂ ਕਿ ਜਦੋਂ ਖਰਚਾ ਹੋ ਰਿਹਾ ਹੈਗਾ ਕਰੋੜਾਂ ਦੇ ਵਿੱਚ ਖਰਚਾ ਹੋ ਰਿਹਾ, ਲੋਕਾਂ ਨੇ RTI ਪਾ ਕੇ ਵੀ ਇਹਨਾਂ ਦੇ ਵੇਰਵੇ ਲਏ ਹੈਗੇ ਨੇ। ਅਤੇ ਦੂਜੇ ਪਾਸੇ ਆਪਾਂ ਕਹਿ ਸਕਦੇ ਕਿ ਪੰਜਾਬ ਜਿਹੜਾ ਹੈਗਾ ਮਤਲਬ ਕਰਜ਼ੇ ਵਾਲੀ ਸਟੇਟ ਹੈਗੀ ਹੈ। ਅਤੇ ਜਦੋਂ ਇਹ ਵੀ ਕਿਹਾ ਜਾ ਰਿਹਾ ਕਿ ਪਤਾ ਵੀ ਇਹਨਾਂ ਨੇ ਆਪਣੇ ਇਹਨਾਂ ਮਹੀਨਿਆਂ ਦੇ ਵਿੱਚ ਹੀ ਮਤਲਬ ਕਿ ਜਿਹੜਾ ਹੈ ਕਾਫੀ ਕਰਜ਼ਾ ਪੰਜਾਬ ਦਾ ਮਤਲਬ ਵਾਸਤੇ ਲਿਆ ਹੈਗਾ, ਕਿਉਂਕਿ ਇਹਨਾਂ ਨੇ ਬੜੀਆਂ ਆਪਣੀਆਂ ਕੁਝ ਗਰੰਟੀਆਂ ਦਿੱਤੀਆਂ ਸੀ, ਉਸ 'ਤੇ ਵੀ ਉਹਨਾਂ ਨੂੰ ਤਾਂ ਕਿ ਲੋਕ ਸਵਾਲ ਨਾ ਕਰਨ ਉਹਨਾਂ ਦੇ ਵਾਸਤੇ ਵੀ ਆਪਾਂ ਕਹਿ ਸਕਦੇ ਕਿ ਜਿਹੜਾ ਇਕੱਲੀ ਬਿਜਲੀ ਦਾ ਹੀ ਮਤਲਬ ਕਿ ਇਹਨਾਂ ਦੇ ਹੈਗੇ ਨੇ ਕਿ 2600 ਕਰੋੜ ਰੁਪਈਆ ਜਿਹੜਾ ਹੈਗਾ ਉਹ ਬਿਜਲੀ ਦਾ ਬਿੱਲ ਹੀ ਹੈਗਾ ਜਿਹੜਾ ਇਹਨਾਂ ਨੇ ਮਤਲਬ ਕਿ ਮਾਫ਼ ਕਰਨ ਵਾਲੇ ਪਾਸੇ ਚਲੇ। ਉਹ ਠੀਕ ਹੈ ਕਿ ਮਾਫ਼ ਕਰਨਾ ਚਾਹੀਦਾ ਹੈਗਾ, ਜੋ ਸਹੂਲਤਾਂ ਦੇਣੀ ਚਾਹੀਦੀ ਸਰਕਾਰ ਚਾਹੁੰਦੀ ਹੈ ਲੋਕਾਂ ਨੂੰ ਦੇਣੀ ਉਹ ਦੇਵੇ, ਪਰ ਪੈਸੇ ਦੀ ਗੱਲ ਹੈਗੀ ਪੈਸਾ ਕਿੱਥੋਂ ਆਊਗਾ, ਉਹ ਪੈਸਾ ਜਿਹੜਾ ਹੈਗਾ ਉਹ ਨਹੀਂ ਹੈਗਾ। ਤੁਸੀਂ ਗੱਲ ਕੀਤੀ ਆਮ ਆਦਮੀ ਕਲੀਨਿਕ ਦੀ, ਦੇਖੋ ਆਮ ਆਦਮੀ ਕਲੀਨਿਕ ਦੇ ਤਾਂ ਮਤਲਬ ਕਿਉਂਕਿ ਮੈਂ ਹੁਣ ਸਿਹਤ ਵਿਭਾਗ ਦਾ ਬੰਦਾ ਹੈਗਾ, ਮੈਂ ਮਤਲਬ ਕਿ ਤਕਰੀਬਨ 40 ਸਾਲ ਆਪ ਮਤਲਬ ਕਿ ਇਹਨਾਂ ਡਿਸਪੈਂਸਰੀਆਂ ਤੋਂ ਸ਼ੁਰੂ ਕਰਕੇ ਅਤੇ ਮੈਡੀਕਲ ਕਾਲਜ ਤੱਕ ਮੈਂ ਸਿਹਤ ਦੇ ਉੱਪਰ ਕੰਮ ਕੀਤਾ ਹੈਗਾ, ਇਹਨਾਂ ਨਾਲ ਜੁੜਿਆ ਹੋਇਆ ਹੈਗਾ। ਪਹਿਲੀ ਗੱਲ ਤਾਂ ਆਮ ਆਦਮੀ ਕਲੀਨਿਕ ਜਿਹੜੀ ਹੈਗੀ ਜਿਹੜੇ ਪਹਿਲਾਂ ਖੋਲ੍ਹੇ ਗਏ ਹੈਗੇ ਅਤੇ ਜੋ ਸ਼ੁਰੂਆਤ ਦੇ ਵਿੱਚ ਖੋਲ੍ਹੇ ਗਏ ਸੀਗੇ ਮਤਲਬ ਕਿ ਜਿਹੜੇ 100 ਦੇ ਕਰੀਬ ਅਤੇ ਹੁਣ 500 ਦੇ ਕਰੀਬ ਹੁਣ ਮਤਲਬ ਕਿ ਇਹਨਾਂ ਨੇ ਖੋਲ੍ਹਣ ਦੀ ਉਹ ਜਿਹੜੀ ਕੀਤੀ ਹੈਗੀ ਹੈ। ਜੇ ਆਪਾਂ ਪਹਿਲੀ ਗੱਲ ਕਰੀਏ ਇਹ ਨਾਮ ਹੀ ਮਤਲਬ ਕਿ ਵੈਸੇ ਤਾਂ ਆਪਣੇ ਹਿਸਾਬ ਨਾਲ ਮਤਲਬ ਕਿ ਠੀਕ ਨਾਮ ਨਹੀਂ ਹੈਗਾ। ਮਤਲਬ ਕਿ ਰਾਜਨੀਤਿਕ ਤੌਰ 'ਤੇ ਹੀ ਮਤਲਬ ਕਿ ਇਹ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਕੋਈ ਪਾਰਟੀ ਦੇ ਨਾਂ 'ਤੇ ਤੁਸੀਂ ਕਲੀਨਿਕ ਖੋਲ੍ਹ ਰਹੇ ਹੋ, ਇਹ ਆਮ ਆਦਮੀ ਪਾਰਟੀ ਹੈਗੀ ਹੈ, ਉਹ ਆਮ ਆਦਮੀ ਠੀਕ, ਜੇ ਇਹ ਪਾਰਟੀ ਨਾ ਹੁੰਦੀ ਫਿਰ ਤੁਸੀਂ ਭਾਵੇਂ ਆਮ ਆਦਮੀ ਕਲੀਨਿਕ ਲੱਗਦਾ ਹੈ ਵੀ ਆਮ ਆਦਮੀ ਵਾਸਤੇ ਕਲੀਨਿਕ ਹੈਗਾ, ਉਹ ਜੀ ਵਧੀਆ ਗੱਲ ਲੱਗਦੀ ਹੈ, ਪਰ ਇਹ ਆਮ ਆਦਮੀ ਇਹਨਾਂ ਦੀ ਪਾਰਟੀ ਦਾ ਨਾਮ ਹੈਗਾ। ਕੱਲ੍ਹ ਨੂੰ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਅਗਲੇ 5 ਸਾਲ ਬਾਅਦ ਇਹ ਇੱਕ ਸਰਕਾਰ ਆਉਂਦੀ ਹੈ, ਸਰਕਾਰ ਚੇਂਜ ਹੁੰਦੀ ਹੈ ਤਾਂ ਆਟੋਮੈਟਿਕ ਇਹ ਨਾਮ ਵੀ ਚੇਂਜ ਹੋਊਗਾ ਹੀ। ਉਸੇ ਦਿਨ ਸਭ ਤੋਂ ਪਹਿਲਾਂ ਉਹਨਾਂ ਨੇ ਆਮ ਆਦਮੀ ਜਿਹੜਾ ਹੈ ਉਹਦੇ 'ਤੇ ਪੋਚਾ ਫੇਰਨਾ ਹੈਗਾ। ਮਤਲਬ ਇਹਨਾਂ ਨੂੰ ਸਿਆਣਪ ਥੋੜ੍ਹੀ ਜਿਹੀ ਵਰਤਣੀ ਚਾਹੀਦੀ ਸੀਗੀ ਕਿ ਇਹਨਾਂ ਨੇ ਮਤਲਬ ਕਿ 2 ਸ਼ਖਸੀਅਤਾਂ ਜਿਹੜੀਆਂ ਨੇ ਆਪਣੇ ਚੋਣਾਂ ਦੇ ਵਿੱਚ ਵੀ ਉਹਨਾਂ ਨੂੰ ਇਸਤੇਮਾਲ ਕੀਤਾ ਹੈਗਾ। ਹੁਣ ਵੀ ਹਰੇਕ ਦਫ਼ਤਰ 'ਚ ਉਹਨਾਂ ਨੂੰ ਫੋਟੋਆਂ ਲਾਉਣ ਵਾਸਤੇ ਕਿਹਾ ਹੈਗਾ। ਇੱਕ ਡਾਕਟਰ ਅੰਬੇਦਕਰ ਦੀ ਗੱਲ ਕਰੀਏ ਅਤੇ ਦੂਜੀ ਸ਼ਹੀਦ ਭਗਤ ਸਿੰਘ ਦੀ, 2 ਤੁਹਾਡੇ ਕੋਲੋਂ ਵਧੀਆ ਸ਼ਖਸੀਅਤਾਂ ਨੇ, ਕਿਸੇ ਇੱਕ ਦਾ ਨਾਮ ਵਰਤ ਲੈਂਦੇ, ਦੋਹਾਂ ਦਾ ਨਾਮ ਵਰਤ ਲੈਂਦੇ, ਦੋਹਾਂ ਨੂੰ ਇਕੱਠਾ ਨਾਮ ਕਰਕੇ ਕਲੀਨਿਕ ਬਣਾ ਦਿੰਦੇ, ਸ਼ਹੀਦ ਭਗਤ ਸਿੰਘ ਕਲੀਨਿਕ, ਡਾਕਟਰ ਅੰਬੇਦਕਰ ਕਲੀਨਿਕ ਜਾਂ ਮਤਲਬ ਕਿ ਅੰਬੇਦਕਰ ਸ਼ਹੀਦ ਅੰਬੇਦਕਰ ਭਗਤ ਸਿੰਘ ਕਲੀਨਿਕ ਕੁਛ ਵੀ, ਤਾਂ ਉਹ ਫਿਰ ਘੱਟੋ ਘੱਟ
ਨਵੀਂ ਸਰਕਾਰ ਨੂੰ ਆ ਕੇ ਉਹਨਾਂ ਦਾ ਨਾਮ ਬਦਲਣ ਦੇ ਵਿੱਚ ਥੋੜੀ ਜਿਹੀ ਮੁਸ਼ਕਲ ਆਣੀ ਸੀ। ਬਿਲਕੁਲ, ਪਹਿਲੀ ਗੱਲ ਤਾਂ ਇਹ ਹੈਗੀ ਹੈ। ਦੂਜੀ ਗੱਲ ਹੈਗੀ ਹੈ ਕਿ ਉਹ ਜਿਹੜੇ ਕਲੀਨਿਕ ਖੋਲ੍ਹੇ ਨੇ, ਉਹ ਹੁਣ ਦੇਖੋ ਉਹਨਾਂ ਨੇ ਕਿਹਾ ਕਿ ਵੀ ਹਰੇਕ MLA ਹਲਕੇ 'ਚ ਇੱਕ ਕਲੀਨਿਕ ਖੋਲ੍ਹਿਆ ਜਾਊਗਾ, ਆਮ ਆਦਮੀ ਕਲੀਨਿਕ। ਪਹਿਲੀ ਵਾਰ ਤਾਂ ਇਹ ਸੀਗਾ। ਉਦੋਂ ਵੀ ਦੇਖੋ ਉਹਨਾਂ ਨੇ ਚੋਣ ਕਰਨ ਦੇ ਵਿੱਚ, ਮੈਂ ਦੱਸਾਂ ਕਿ ਵੀ ਮਤਲਬ ਕਿ ਹੁਣ ਇੱਥੇ ਇੱਕ PSC ਹੈਗੀ ਹੈ, ਇੱਕ CHC ਹੈਗੀ, ਸਿਵਲ ਹਸਪੀਟਲ ਹੈਗਾ, ਇਹੋ ਜਿਹੀਆਂ ਸਹੂਲਤਾਂ ਹੈਗੀਆਂ ਨੇ। ਉੱਥੇ ਤੁਸੀਂ ਮਤਲਬ ਕਿ ਕਲੀਨਿਕ ਜਿਹੜਾ ਹੈਗਾ ਨਾ ਉਹ ਖੋਲ੍ਹ ਰਹੇ ਹੋ, ਕਿਉਂਕਿ ਉਹ MLA ਦਾ ਹਲਕਾ ਹੈਗਾ। ਸਵਾਲ ਹੈਗਾ ਵੀ ਜਿੱਥੇ ਸਹੂਲਤਾਂ ਨਹੀਂ ਹੈਗੀਆਂ ਉੱਥੇ ਤੁਸੀਂ ਖੋਲ੍ਹੋ। ਜੇ ਵੈਸੇ ਮੈਂ ਇਹ ਹੋਰ ਗੱਲ ਕਰਾਂ ਵੀ, ਕਿਉਂਕਿ ਮੈਂ ਦੱਸਿਆ ਕਿ ਵੀ ਜੇ ਆਪਾਂ 1947 ਤੋਂ ਲੈ ਕੇ ਤੇ ਹੁਣ ਤੱਕ ਜੋ ਸਿਹਤ ਦੇ ਵਿੱਚ ਪੰਜਾਬ ਨੇ ਮਤਲਬ ਕਿ ਕੰਮ ਕੀਤਾ ਹੈਗਾ, ਜਾਂ ਮਤਲਬ ਕਿ ਜਿੰਨੀਆਂ ਵੀ ਇਹਦੇ 'ਚ ਸਾਡੇ ਕੋਲ ਡਿਸਪੈਂਸਰੀਆਂ ਨੇ, ਸਾਡੇ ਕੋਲ ਇੱਕ ਸਬ ਸੈਂਟਰ ਹੁੰਦੇ ਆ, ਉਸ ਤੋਂ ਉੱਪਰ ਮਤਲਬ ਕਿ ਸਬਸਿਡਰੀ ਹੈਲਥ ਸੈਂਟਰ ਹੁੰਦੇ ਆ, ਫਿਰ ਉੱਪਰ ਪ੍ਰਾਇਮਰੀ ਹੈਲਥ ਸੈਂਟਰ ਹੁੰਦੇ ਆ, ਫਿਰ ਉੱਥੇ ਕਮਿਊਨਿਟੀ ਹੈਲਥ ਸੈਂਟਰ ਹੁੰਦੇ ਆ, ਫਿਰ ਮਤਲਬ ਕਿ ਸਬ ਡਿਵੀਜ਼ਨ ਹਸਪਤਾਲ ਹੁੰਦੇ ਆ, ਫਿਰ ਮਤਲਬ ਡਿਸਟ੍ਰਿਕਟ ਹਸਪਤਾਲ ਹੁੰਦੇ ਆ, ਫਿਰ ਮੈਡੀਕਲ ਕਾਲਜ ਹੈਗੇ ਨੇ। ਜੇ ਮੈਂ ਕਹਾਂ ਤਾਂ PGI ਵਿੱਚ ਵੀ ਸਾਡਾ ਇੱਕ ਯੋਗਦਾਨ ਹੈਗਾ ਵੀ ਪੰਜਾਬ ਦਾ, ਉਹਦੇ 'ਚ ਵੀ ਹਿੱਸਾ ਹੈਗਾ। ਯਾਨੀ ਕਿ ਜੇ ਕੋਈ ਮਰੀਜ਼ ਸਬ ਸੈਂਟਰ ਤੋਂ ਚੱਲੇ ਤਾਂ ਉਹ PGI ਤੱਕ ਜਾ ਸਕਦਾ ਹੈਗਾ। ਇੱਕ ਤਰੀਕਾਕਾਰ ਇਹ ਹੈਗਾ। ਜੇ ਸਰਕਾਰ ਚਾਹਦੀ ਸੀਗੀ ਵੀ ਅਸੀਂ ਸਿਹਤ ਦੀਆਂ ਮਤਲਬ ਕਿ ਸਹੂਲਤਾਂ ਦੇਣੀਆਂ ਨੇ, ਚਲੋ ਇਹਨਾਂ ਦਾ ਹੈਗਾ ਵੀ ਸਿਹਤ ਅਤੇ ਸਿੱਖਿਆ ਦੇ ਉੱਤੇ ਅਸੀਂ ਮਤਲਬ ਕਿ ਵੱਧ ਤੋਂ ਵੱਧ ਜ਼ੋਰ ਦੇਣਾ ਹੈਗਾ, ਵਧੀਆ ਸੋਚ ਹੈਗੀ ਹੈ। ਜੋ ਮਤਲਬ ਕਿ ਇਨਫਰਾਸਟਰਕਚਰ ਆਲਰੇਡੀ ਐਗਜ਼ਿਸਟ ਕਰਦਾ ਸੀਗਾ, ਉਹਨਾਂ ਨੂੰ ਹੀ ਮਤਲਬ ਕਿ ਇਹ ਸਟਰੋਂਗਲੀ ਉਹਨਾਂ ਦੇ ਉੱਤੇ ਉਹਨਾਂ ਨੂੰ ਵਧੀਆ ਬਣਾਉਂਦੇ, ਉਹਨਾਂ ਦੇ ਜਿਹੜੀਆਂ ਕਮੀਆਂ ਸੀਗੀਆਂ, ਘਾਟਾਂ ਸੀਗੀਆਂ, ਉਹ ਪੂਰੀਆਂ ਕਰਦੇ ਤਾਂ ਬਹੁਤ ਵਧੀਆ ਮਤਲਬ ਕਿ ਪੰਜਾਬ ਨੂੰ ਸਿਹਤ ਸਹੂਲਤਾਂ ਮਿਲ ਸਕਦੀਆਂ ਸੀਗੀਆਂ। ਇਹ ਦਿੱਲੀ ਮਤਲਬ ਕਿ ਜਿਹੜੀ ਹੈਗੀ ਹੈ ਉਹ ਇੱਕ ਵੱਖਰੀ ਸਟੇਟ ਹੈਗੀ ਹੈ। ਅਸੀਂ ਦਿੱਲੀ ਦਾ ਮਾਡਲ ਚੁੱਕ ਕੇ ਇੱਥੇ ਰੱਖਣਾ ਚਾਹੁੰਦੇ ਹੈਗੇ। ਇਹ ਪੰਜਾਬ ਸਟੇਟ ਹੋਰ ਤਰ੍ਹਾਂ ਦੀ ਹੈਗੀ ਹੈ। ਇਹ ਅਰਬਨ ਰੂਰਲ ਪੱਕੀ ਹੈਗੀ। ਉਹ ਬਿਲਕੁਲ ਦਿੱਲੀ, ਮੈਂ ਕਿਹਾ ਆਪਾਂ ਜਦੋਂ ਦਿੱਲੀ ਦੀ ਗੱਲ ਇੱਕ ਸ਼ਹਿਰ ਹੀ ਹੈ ਸਾਰਾ, ਤਕਰੀਬਨ ਵੱਡਾ ਸ਼ਹਿਰ ਹੈ। ਹਾਂ ਜੀ, ਦਿੱਲੀ ਦੀ ਗੱਲ ਕਰਦੇ ਤਾਂ ਇੱਕ ਸ਼ਹਿਰ ਹੈਗਾ, ਠੀਕ ਹੈ। ਉਹਦੇ ਤੁਸੀਂ ਮਹੱਲੇ ਹੈਗੇ ਨੇ। ਪੰਜਾਬ ਵਿੱਚ ਮਹੱਲੇ ਨਹੀਂ ਸੀਗੇ, ਇਸ ਕਰਕੇ ਇਹਦੇ ਮਹੱਲਾ ਕਲੀਨਿਕ ਉਹਨਾਂ ਦਾ ਨਾਮ ਨਹੀਂ ਰੱਖਿਆ, ਤੇ ਇਹਨਾਂ ਨੇ ਨਾਮ ਆਪਣਾ, ਚਲੋ ਜਿਹਦੀ ਆਪਾਂ ਗੱਲ ਕਰ ਚੁੱਕੇ ਹੈਗੇ ਹਾਂ। ਪੰਜਾਬ ਦੇ ਕੋਲ ਆਲਰੇਡੀ ਜਿਹੜਾ ਇਨਫਰਾਸਟਰਕਚਰ ਹੈਗਾ, ਇਹ ਇਨਫਰਾਸਟਰਕਚਰ ਇਕੱਲੇ ਪੰਜਾਬ ਕੋਲ ਨਹੀਂ ਹੈ, ਇਹ ਸਾਰੇ ਹਿੰਦੁਸਤਾਨ 'ਚ ਹੀ ਹੈਗਾ। 1946 ਦੇ ਵਿੱਚ ਇੱਕ ਕਮੇਟੀ ਬਣੀ ਸੀਗੀ, ਜਿਹਨੂੰ ਭੋਰ ਕਮੇਟੀ ਕਹਿੰਦੇ ਹੈਗੇ ਨੇ। ਉਸ ਕਮੇਟੀ ਨੇ ਇਹ ਸਾਰੀ ਕਿਹਾ ਸੀਗਾ ਵੀ ਸਾਨੂੰ ਮਤਲਬ ਕਿ ਇੱਕ ਪਹਿਲਾਂ ਸੀਗੇ ਹਸਪਤਾਲ ਹੁੰਦੇ ਸੀਗੇ, ਹਸਪਤਾਲ ਹੁੰਦਾ ਸੀਗਾ ਵੀ ਆਪਾਂ ਮਤਲਬ ਕਿ ਬਿਮਾਰ ਹੋ ਗਿਆ ਤੇ ਆਪਾਂ ਉਹਨੂੰ ਦਵਾਈ ਦੇਣੀ ਹੈਗੀ ਹੈ। ਇਹ ਸੀਗਾ ਹੈਲਥ ਸਿਸਟਮ। ਹੈਲਥ ਦਾ ਮਤਲਬ ਸਿਰਫ ਬਿਮਾਰੀ ਨਹੀਂ ਆਉਂਦੀ, ਹੈਲਥ ਦੇ ਵਿੱਚ ਪ੍ਰਾਇਮਰੀ ਹੈਲਥ ਕੇਅਰ ਵੀ ਆਉਂਦੀ ਹੈ। ਜਦੋਂ ਆਪਾਂ ਵੈਕਸੀਨੇਸ਼ਨ ਦੀ ਗੱਲ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਬਿਮਾਰ ਨਾ ਹੋਏ ਬੰਦਾ, ਤਾਂ ਉਹ ਸਹੂਲਤਾਂ ਵੀ ਦਿੱਤੀਆਂ ਜਾਣ। ਇਸ ਤੋਂ ਇਲਾਵਾ ਸਾਫ਼ ਸਫਾਈ ਦੀ ਗੱਲ ਹੈ, ਸੈਨੀਟੇਸ਼ਨ ਦੀ ਗੱਲ ਹੈ, ਉਹਦੇ ਵਾਸਤੇ ਸੀਗਾ। ਤਾਂ ਮਤਲਬ ਕਿ ਹੈਲਥ ਐਜੂਕੇਸ਼ਨ ਦੀ ਗੱਲ ਸੀਗੀ ਵੀ ਲੋਕਾਂ ਨੂੰ ਸਿਹਤ ਦੇ ਮਤਲਬ ਕਿ ਜਿਹੜੇ ਨਾ ਬਾਰੇ ਸੁਚੇਤ ਕੀਤਾ ਜਾਵੇ। ਬਿਮਾਰੀਆਂ ਜਿਵੇਂ ਗਰਮੀ ਆਉਣ ਲੱਗੀ ਹੈ ਤਾਂ ਗਰਮੀ ਦੀਆਂ ਬਿਮਾਰੀਆਂ ਬਾਰੇ ਪਹਿਲਾਂ ਹੀ ਸੁਚੇਤ ਕੀਤਾ ਜਾਵੇ। ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾਣ। ਤਾਂ ਮਤਲਬ ਕਿ ਉਹ ਸੀਗਾ ਸਾਰਾ ਜੋ 1946 ਵਿੱਚ ਇਸ ਕਮੇਟੀ ਨੇ ਕਿਹਾ ਸੀਗਾ। ਉਸ ਹਿਸਾਬ ਨਾਲ ਅਸੀਂ ਕੰਮ ਕਰ ਰਹੇ ਸੀਗੇ। ਆਜ਼ਾਦੀ ਤੋਂ ਬਾਅਦ ਅਸੀਂ ਹੈਲਥ ਮਿਨਿਸਟਰੀ ਬਣਾਈ, ਹੈਲਥ ਵੈਲਫੇਅਰ ਬਣਾਇਆ। ਇਕੱਲੀ ਹੈਲਥ ਮਿਨਿਸਟਰੀ ਨਹੀਂ ਸੀਗੀ, ਹੈਲਥ ਐਂਡ ਫੈਮਿਲੀ ਵੈਲਫੇਅਰ ਮਤਲਬ ਕਿ ਉਹਦਾ ਨਾਮ ਹੈਗਾ ਆਪਣੀ ਜਿਹੜੀ ਮਿਨਿਸਟਰੀ ਹੈਗੀ ਹੈ। ਯਾਨੀ ਕਿ ਪਰਿਵਾਰ ਦੀ ਮਤਲਬ ਕਿ ਭਲਾਈ, ਹੈ ਨਾ। ਪਹਿਲਾਂ ਪਰਿਵਾਰ ਨਿਯੋਜਨ ਸੀ, ਪਰਿਵਾਰ ਭਲਾਈ ਬਣਾਈ। ਯਾਨੀ ਕਿ ਭਲਾਈ ਵਿੱਚ ਇਕੱਲੀ ਇਹ ਨਹੀਂ ਆਉਂਦੀ ਕਿ ਬੰਦਾ ਬਿਮਾਰ ਹੈ ਤਾਂ ਉਹਨੂੰ ਸਹੂਲਤ ਦੇਣੀ ਹੈ, ਉਹ ਵੀ ਇੱਕ ਹਿੱਸਾ ਹੈਗਾ। ਪਰ ਅਸੀਂ ਚਾਹੁੰਦੇ ਹਾਂ ਕਿ ਇਹ ਹੈਗਾ ਕਿ ਵੀ ਬੰਦਾ ਬਿਮਾਰ ਹੀ ਨਾ ਹੋਵੇ। ਉਹ ਸਾਰੇ ਤਰੀਕੇ ਜਿਹੜੇ ਸੀਗੇ ਉਹ ਇਹਨਾਂ ਦੇ ਵਿੱਚ ਸੀਗੇ। ਪ੍ਰਾਇਮਰੀ ਹੈਲਥ ਸੈਂਟਰ ਤੇ ਤਾਂ ਇਹਦਾ ਨਾਮ ਹੈਲਥ ਸੈਂਟਰ ਹੈਗਾ, ਉਹ ਕੋਈ ਡਿਜ਼ੀਜ਼ ਜਾਂ ਹਸਪੀਟਲ ਨਹੀਂ ਹੈਗਾ। ਤਾਂ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਵੀ ਸਾਡੇ ਕੋਲ ਇੱਕ ਉਹ ਸੀਗਾ, ਉਹਨੂੰ ਹੀ ਮਜ਼ਬੂਤ ਕਰਨਾ ਚਾਹੀਦਾ ਸੀਗਾ। ਬਿਲਕੁਲ, ਮੈਂ ਸ਼ੁਰੂਆਤ ਉਸ ਚੀਜ਼ ਨੂੰ ਡਿਵੈਲਪ ਕਰਨ ਦੀ ਬਜਾਏ ਇਹਨਾਂ ਨੇ ਇਹ ਵੀ ਹੁਣ ਲੋਕ ਕਹਿ ਰਹੇ ਆ ਕਿ ਪਿੰਡਾਂ 'ਚ ਜਿਹੜੀਆਂ ਡਿਸਪੈਂਸਰੀਆਂ ਚੱਲਦੀਆਂ ਸੀ ਉੱਥੋਂ ਵੀ ਡਾਕਟਰ ਹਟਾ ਕੇ ਦੂਸਰੀ ਜਗ੍ਹਾ ਲਗਾ ਦਿੱਤੇ ਆ, ਲੋਕ ਪਰੇਸ਼ਾਨ ਹੋ ਰਹੇ ਆ। ਨਹੀਂ ਦੇਖੋ, ਪੰਜਾਬ ਇੱਕ ਵੱਖਰੀ ਸਟੇਟ ਹੈਗੀ ਹੈ। ਪੰਜਾਬ ਦੇ ਵਿੱਚ 3-4 ਤਰ੍ਹਾਂ ਦੇ ਮਤਲਬ ਕਿ ਚੱਲਦੇ ਆ। ਜਿਹੜਾ ਇੱਕ ਪੰਚਾਇਤੀ ਰਾਜ ਹੈਗਾ, ਜਿਹਦੀ ਤੁਸੀਂ ਗੱਲ ਕੀਤੀ ਹੈ ਨਾ, ਉਹ ਪੰਚਾਇਤੀ ਰਾਜ ਦੇ ਅਧੀਨ ਕੁਝ ਡਿਸਪੈਂਸਰੀ ਆਉਂਦੀਆਂ ਨੇ ਪਿੰਡਾਂ ਦੀ। ਉਹ ਜਿਹਨੂੰ ਮੈਂ ਸਬਸਿਡਰੀ ਹੈਲਥ ਸੈਂਟਰ ਕਿਹਾ ਹੈਗਾ, ਉਹ ਹੈਗੇ ਨੇ। ਮਤਲਬ ਕਿ ਉਸ ਤੋਂ ਬਾਅਦ ਜਿਹੜੇ ਡਿਸਟ੍ਰਿਕਟ ਦੇ ਉੱਪਰ ਹਸਪੀਟਲ ਹੈਗੇ ਨੇ, ਜਾਂ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਤੋਂ ਉੱਪਰ ਜਿਹੜੇ ਸਬਸਿਡਰੀ ਹੈਲਥ ਸੈਂਟਰ CHC ਹੈਗੇ ਨੇ, ਕਮਿਊਨਿਟੀ ਹੈਲਥ ਸੈਂਟਰ ਹੈਗੇ ਨੇ, ਉਹਨਾਂ ਦਾ ਡਿਪਾਰਟਮੈਂਟ ਵੱਖਰਾ ਹੈਗਾ, ਉਹ ਹੈਲਥ ਡਿਪਾਰਟਮੈਂਟ ਹੈਗਾ। ਉਸ ਤੋਂ ਬਾਅਦ ਜਿਹੜੇ ਮੈਡੀਕਲ ਕਾਲਜ ਨੇ, ਉਹਨਾਂ ਦਾ ਡਿਪਾਰਟਮੈਂਟ ਵੱਖਰਾ ਹੈਗਾ, ਉਹ ਰਿਸਰਚ ਐਂਡ ਮੈਡੀਕਲ ਐਜੂਕੇਸ਼ਨ 'ਚ ਹੈਗਾ। ਅਤੇ ਇਸ ਕਰਕੇ ਸਾਡੇ ਤੇ ਜਿਹੜਾ ਇੱਕ ਪੰਜਾਬ ਦੇ 'ਚ ਹੈਗਾ ਮਤਲਬ ਕਿ ਇੱਕ ਆਪਣੇ ਮਤਲਬ ਕਿ PHC ਪਬਲਿਕ ਹੈਲਥ ਮਤਲਬ ਕਿ ਜਿਹੜਾ ਹੈਗਾ ਉਹ ਸਿਸਟਮ ਹੈਗਾ, ਜਿਹਦੇ ਵਿੱਚ ਉਹਨਾਂ ਨੇ 151 ਮਤਲਬ ਕਿ ਜਿਹੜੇ ਇੰਸਟੀਟਿਊਸ਼ਨ ਨੇ ਉਹ ਰੱਖੇ ਹੋਏ ਹੈਗੇ ਨੇ। ਯਾਨੀ ਕਿ 3-4 ਸਿਸਟਮ ਵਰਕ ਕਰਦੇ ਹੈਗੇ ਨੇ ਪੰਜਾਬ ਦੇ ਵਿੱਚ। ਅਤੇ ਪਹਿਲੀ ਗੱਲ ਤਾਂ ਇਹ ਸੀਗੀ। ਹੁਣ ਦੂਜੀ ਜਦੋਂ ਪਹਿਲੀ ਵਾਰੀ ਇਹਨਾਂ ਨੇ ਖੋਲ੍ਹੇ ਸੀਗੇ, ਉਹਨਾਂ ਦੇ ਵਿੱਚ ਜਿਹੜੀ ਮਤਲਬ ਕਿ ਜੇ ਮੈਂ ਕਹਾਂ ਕਮੀ ਹੈਗੀ, ਉਹ ਹੈਗੇ ਨੇ ਜਿਹੜੇ ਆਮ ਆਦਮੀ ਕਲੀਨਿਕ ਹੈਗੇ ਨੇ। ਉਹ ਕਲੀਨਿਕ ਮਤਲਬ ਦਾ ਮਤਲਬ ਇਹ ਹੈ ਵੀ ਤੁਸੀਂ ਫਿਰ ਵਾਪਸ ਆ ਗਏ ਵੀ ਬੰਦਾ ਮਰੀਜ਼ ਆਵੇ, ਦਵਾਈ ਲਵੇ ਤੇ ਜਾਵੇ। ਉੱਥੇ 24/7 ਨਹੀਂ ਹੈਗਾ, ਮਤਲਬ ਕਿ 24 ਘੰਟੇ ਉੱਥੇ ਤੁਸੀਂ। ਪਹਿਲੀ ਗੱਲ ਤਾਂ ਹੈਗੀ ਆ। ਐਮਰਜੈਂਸੀ ਨੂੰ ਡੀਲ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ। ਦੂਜਾ ਸੀਗਾ ਕਿ
ਇੱਕ ਰੈਫਰਲ ਸਿਸਟਮ ਚਾਹੀਦਾ ਸੀਗਾ, ਜਿਹੜੀ ਮੈਂ ਤੁਹਾਨੂੰ ਸ਼ੁਰੂ 'ਚ ਗੱਲ ਕਰੀ ਵੀ ਸਬ ਸੈਂਟਰ, ਸਬਸਿਡਰੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਫਿਰ ਡਿਸਟ੍ਰਿਕਟ ਹਸਪੀਟਲ, ਫਿਰ ਸਬ ਡਿਵੀਜ਼ਨ ਹਸਪਤਾਲ, ਮੈਡੀਕਲ ਕਾਲਜ ਤੇ PGI। ਹਾਂਜੀ ਵੀ ਇਹ ਰੈਫਰਲ ਸਿਸਟਮ ਚਾਹੀਦਾ ਸੀਗਾ ਵੀ ਇੱਕ ਬੰਦਾ ਜਿੱਥੇ ਦਿਖਾਵੇ, ਜੇ ਉਹਦੇ ਕੋਲ ਉਹ ਡਾਕਟਰ ਉੱਥੇ ਬੈਠਾ, ਉਹਨੂੰ ਗੱਲ ਸਮਝ ਨਹੀਂ ਆਉਂਦੀ ਜਾਂ ਉਹਨੂੰ ਕੋਈ ਵੱਡੀ ਕੋਈ ਸਹੂਲਤ ਦੀ ਲੋੜ ਹੈਗੀ, ਤੁਸੀਂ ਉਹਨੂੰ ਅੱਗੇ ਭੇਜੋ, ਫਿਰ ਉਸ ਤੋਂ ਅੱਗੇ ਭੇਜੋ, ਤਾਂ ਕਿ ਉਹੀ ਪਰਚੀ ਇੱਕ ਜਿਹੜੀ ਚੱਲੀ ਹੈ ਉੱਥੇ ਜਾਵੇ। ਯਾਨੀ ਕਿ ਜੇ ਤੁਸੀਂ ਕਰਨਾ ਸੀਗਾ ਤਾਂ ਤੁਸੀਂ ਹਰੇਕ ਪ੍ਰਾਇਮਰੀ ਹੈਲਥ ਸੈਂਟਰ 'ਤੇ ਇੱਕ ਐਂਬੂਲੈਂਸ ਦਿੰਦੇ। ਹੁਣ ਹੈਗੀ 108, ਪਰ 108 ਜਿਹੜੀ ਹੈਗੀ ਉਹ ਤੁਹਾਨੂੰ ਮੰਗਵਾਉਣੀ ਪੈਂਦੀ ਹੈ। ਜਦੋਂ ਕੀ ਹੈਗਾ ਕਿ ਇੱਕ ਜਦੋਂ ਪ੍ਰਾਇਮਰੀ ਹੈਲਥ ਸੈਂਟਰ ਜਾਂ ਘੱਟੋ ਘੱਟ ਕਮਿਊਨਿਟੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ 4 ਸਪੈਸ਼ਲਿਸਟ ਹੁੰਦੇ ਆ, ਹੈ ਨਾ। ਕਿਸੇ ਵੀ ਕਮਿਊਨਿਟੀ ਹੈਲਥ ਸੈਂਟਰ ਪੰਜਾਬ ਦੇ ਵਿੱਚ 4 ਸਪੈਸ਼ਲਿਸਟ ਨਹੀਂ ਹੈਗੇ ਇਸ ਵਕਤ, ਉੱਥੇ ਸਪੈਸ਼ਲਿਸਟ ਹੋਣ। ਤੁਸੀਂ ਮਰੀਜ਼ ਦੇਖ ਕੇ ਜਾਂ ਮੰਨ ਲਓ ਕਿਸੇ ਨੂੰ ਆਪਰੇਸ਼ਨ ਦੀ ਲੋੜ ਹੈ ਤਾਂ ਉਹ ਕਮਿਊਨਿਟੀ ਹੈਲਥ ਸੈਂਟਰ 'ਤੇ ਜਾ ਕੇ ਉਹਦਾ ਆਪਰੇਸ਼ਨ ਕਰਾਵੇ, ਕਮਿਊਨਿਟੀ ਹੈਲਥ ਸੈਂਟਰ ਤੋਂ ਆਪਰੇਸ਼ਨ ਕਰਾ ਕੇ ਵਾਪਸ ਆਵੇ। ਜਿਹੜਾ ਸਬਸਿਡਰੀ ਹੈਲਥ ਸੈਂਟਰ ਹੈ ਉੱਥੇ ਆ ਕੇ ਜਿਹੜੇ ਬਾਕੀ ਦਿਨ ਦਵਾਈ ਲੈਣੀ ਹੈ, ਬਾਕੀ ਦਿਨ ਉਹਦੀ ਦੇਖ ਰੇਖ ਕਰਨੀ ਹੈ, ਤਾਂ ਉਹ ਬੰਦਾ ਕਰੇ, ਕਿਉਂਕਿ ਉਹਨੇ ਭੇਜਿਆ ਹੈਗਾ। ਆਪਸ 'ਚ ਲਿੰਕ ਹੋਵੇ, ਇਹ ਰੈਫਰਲ ਸਿਸਟਮ ਨਹੀਂ ਹੈਗਾ। ਜਿਹਦੀ ਬਹੁਤ ਜਦੋਂ ਇਹ ਮਤਲਬ ਸਰਕਾਰ ਬਣੀ ਸੀ ਵੀ ਇਹਨਾਂ ਨੇ ਹੈਲਥ 'ਤੇ ਕੰਮ ਕਰਨਾ ਸੀਗਾ, ਇਹਨਾਂ ਨੇ ਥੋੜ੍ਹੇ ਜਿਹੇ ਸ਼ੁਰੂਆਤ ਦੇ ਵਿੱਚ ਮਤਲਬ ਕਿ ਐਕਸ਼ਨ ਵੀ ਲਿਆ, ਅਤੇ ਮੈਂ ਉਦੋਂ ਹੀ ਆਰਟੀਕਲ ਲਿਖਿਆ ਸੀਗਾ ਵੀ ਸਾਡੇ ਕੋਲ 1000 ਦੇ ਕਰੀਬ ਜਿਹੜੇ ਨੇ ਸਬਸਿਡਰੀ ਹੈਲਥ ਸੈਂਟਰ ਹੈਗੇ ਨੇ ਜਿੱਥੇ ਡਾਕਟਰ ਹੈਗਾ। ਸਾਡੇ ਕੋਲੋਂ ਮਤਲਬ ਕਿ ਕੋਈ 150 ਕਮਿਊਨਿਟੀ ਹੈਲਥ ਸੈਂਟਰ ਨੇ ਜਿੱਥੇ 4 ਸਪੈਸ਼ਲਿਸਟ ਹੈਗੇ ਨੇ, 40-42 ਜਿਹੜੇ ਨੇ ਸਾਡੇ ਕੋਲੋਂ ਮਤਲਬ ਕਿ ਸਬ ਡਿਵੀਜ਼ਨ ਹਸਪਤਾਲ ਨੇ, 22-23 ਜਿਹੜੇ ਡਿਸਟ੍ਰਿਕਟ ਨੇ, ਡਿਸਟ੍ਰਿਕਟ ਲੈਵਲ ਦੇ ਹਸਪਤਾਲ ਹੈਗੇ ਨੇ, ਅਤੇ 3 ਮੈਡੀਕਲ ਕਾਲਜ ਨੇ ਸਰਕਾਰੀ, ਉਸ ਤੋਂ ਇਲਾਵਾ ਵੀ ਨੇ। ਇਹ ਆਪਸ ਵਿੱਚ ਲਿੰਕ ਕਰਨੇ ਚਾਹੀਦੇ ਨੇ, ਅਤੇ ਉਹਨਾਂ ਦੇ ਐਗਜ਼ਿਸਟਿੰਗ ਜੋ ਸਟਾਫ ਹੈ ਉਹ ਪੂਰਾ ਕਰਨਾ ਚਾਹੀਦਾ ਹੈਗਾ। ਯਾਨੀ ਕਿ ਇਹ ਜੇ ਹੁਣ ਜਿਹੜੇ ਪਹਿਲਾਂ ਇਹਨਾਂ ਨੇ ਆਮ ਆਦਮੀ ਕਲੀਨਿਕ ਬਣਾਏ ਸੀਗੇ, ਉਹਨਾਂ ਦੇ ਵਿੱਚ ਇੱਕ ਤਾਂ 24/7 ਨਹੀਂ ਹੈ, ਦੂਸਰਾ ਉਹ ਹੈਗਾ ਕਿ ਸਾਰਾ ਕੁਝ ਕੰਪਿਊਟਰ 'ਤੇ ਹੈਗਾ। ਵੀ ਪਹਿਲਾਂ ਤੁਸੀਂ ਉਹ ਕਹਿਣ ਨੂੰ ਵਧੀਆ ਲੱਗਦਾ ਹੈਗਾ ਵੀ ਤੁਸੀਂ ਬੁਕਿੰਗ, ਤੁਸੀਂ ਜਾਓ ਅਤੇ ਪਹਿਲਾਂ ਬੁੱਕ ਕਰਾਓ, ਆਪਣੇ ਐਪ ਉਹਨਾਂ ਨੇ ਦਿੱਤਾ ਹੋਇਆ, ਮਤਲਬ ਕਿ ਤੁਸੀਂ ਉਸ 'ਤੇ ਅਪੁਆਇੰਟਮੈਂਟ ਲਵੋ ਤਾਂ ਕਿ ਤੁਸੀਂ ਜਾਓ ਅਤੇ ਤੁਹਾਨੂੰ ਵੇਟ ਨਾ ਕਰਨੀ ਪਵੇ। ਤਾਂ ਉਸ ਪੱਖ ਤੋਂ ਮਤਲਬ ਕਿ ਹੁਣ ਸਾਰੇ ਕੋਲ ਤਾਂ ਉਹ ਹੈ ਨਹੀਂ, ਮਤਲਬ ਕਿ ਜੇ ਹੁਣ ਆਮ ਆਦਮੀ ਨੇ ਬੰਦੇ ਨੇ ਜਾਣਾ ਹੈਗਾ ਉੱਥੇ ਦਿਖਾਉਣ ਵਾਸਤੇ, ਬਿਲਕੁਲ ਉਹ ਹਰੇਕ ਬੰਦਾ ਬੁੱਕ ਨਹੀਂ ਕਰਾ ਸਕਦਾ ਵੀ, ਹਾਂ ਬੁੱਕ ਨਹੀਂ ਕਰਾ ਸਕਦਾ। ਫਿਰ ਉੱਥੇ ਫਿਰ ਮਤਲਬ ਗੱਲ ਹੈ ਕਿ ਉੱਥੇ ਸਾਰਾ ਸਿਸਟਮ ਹੈਗਾ ਲਿੰਕਡ ਹੈਗਾ। 3 ਬੰਦੇ ਹੈਗੇ ਨੇ ਜਿਨ੍ਹਾਂ ਕੋਲ, ਤਿੰਨਾਂ ਦੇ ਕੋਲ ਲੈਪਟਾਪ ਹੈਗਾ। ਉਹ ਪਹਿਲਾ ਬੰਦਾ ਜਾ ਕੇ ਨਾਮ ਲਿਖਦਾ, ਜਾਂ ਪਹਿਲਾਂ ਲਿਖਵਾਇਆ ਹੋਵੇ, ਜਾਂ ਨਹੀਂ ਚਲੇ ਵੀ ਜਾਓ ਤਾਂ ਵੀ ਉੱਥੇ ਲਿਖ ਲੈਂਦੇ। ਮੰਨ ਲਓ ਉਹਨੇ ਫਿਰ ਉਹ ਨਾਮ ਵਾਲੀ ਜਿਹੜੀ ਪਰਚੀ ਕਾਗਜ਼ 'ਤੇ ਨਹੀਂ ਪਰਚੀ ਕੱਢ ਕੇ ਦੇਣੀ, ਉਹਨੇ ਪਰਚੀ ਕੱਢ ਕੇ ਅਤੇ ਜੋ ਨਾਮ ਲਿਖ ਕੇ ਨਾ ਉਹਨੇ ਉਹ ਅੱਗੋਂ ਨਾਲ ਬੈਠਾ ਡਾਕਟਰ ਦੂਜੇ ਕਮਰੇ 'ਚ, ਉਹ ਕੰਪਿਊਟਰ ਤੋਂ ਉਹਨੂੰ ਭੇਜ ਦੇਣੀ ਹੈ। ਉਹ ਪਰਚੀ ਉਹਦੇ ਕੋਲ ਚੱਲ ਜੂਗੀ, ਉਹ ਮਰੀਜ਼ ਤੋਂ ਪੁੱਛ ਕੇ ਅਤੇ ਦਵਾਈ ਉੱਥੇ ਲਿਖ ਦੂਗਾ ਅਤੇ ਬਿਮਾਰੀ ਲੱਭ ਲੂਗਾ। ਫਿਰ ਉਹਨੇ ਉਹ ਪਰਚੀ ਜਿਹੜੀ ਹੈਗੀ ਨਾ ਉੱਥੋਂ ਹੀ ਫਾਰਵਰਡ ਕਰ ਦੇਣੀ ਹੈਗੀ ਹੈ ਫਾਰਮਾਸਿਸਟ ਨੂੰ, ਉਹਨੇ ਫਿਰ ਦਵਾਈ ਦੇਣੀ ਹੈਗੀ ਹੈ। ਜੇ ਮੰਨ ਲਓ ਕਿਸੇ ਦਿਨ ਇੰਟਰਨੈਟ ਨਹੀਂ ਹੈਗਾ, ਕਿਸੇ ਦਿਨ ਉਹ ਨਹੀਂ ਹੈਗੀ, ਫਿਰ ਮਤਲਬ ਕਿ ਸਾਰਾ ਸਿਸਟਮ ਰੁਕ ਜਾਂਦਾ ਹੈਗਾ। ਅਸੀਂ ਹਜੇ ਟੈਕਨੋਲੋਜੀਕਲੀ ਉਹਨੇ ਐਡਵਾਂਸ ਨਹੀਂ ਹੈਗੇ, ਤੁਹਾਨੂੰ ਇਹ ਸਾਰੀਆਂ ਇਹ ਦਿੱਕਤਾਂ ਹੈਗੀਆਂ ਨੇ। ਦੂਜੀ ਗੱਲ ਜਿਹੜੀ ਹੈਗੀ, ਇਹਨਾਂ ਨੇ ਸਾਰੇ ਬੰਦੇ ਜਿਹੜੇ ਨਾ ਉਹ ਪ੍ਰਾਈਵੇਟ ਮਤਲਬ ਕਿ ਜਿਹੜੇ ਹਸਪਤਾਲ ਬਾਹਰ ਆਲਰੇਡੀ ਮਤਲਬ ਕਿ ਜਿਹੜੇ ਰਿਟਾਇਰਡ ਬੰਦੇ ਨੇ ਡਾਕਟਰ ਨੇ, ਉਹਨਾਂ ਨੂੰ ਰੱਖਿਆ ਹੈਗਾ। ਅੱਛਾ ਜੀ। ਉਹਨਾਂ ਨੇ ਕਿਹਾ ਕਿ ਉਸ ਸ਼ਹਿਰ ਦੇ ਵਿੱਚ ਕੋਈ ਰਿਟਾਇਰਡ ਡਾਕਟਰ ਹੈਗਾ ਜਿਹਨੂੰ ਐਕਸਪੀਰੀਅੰਸ ਹੈਗਾ 10-12-15 ਸਾਲ ਦਾ, ਉਹਨੂੰ ਮਤਲਬ ਕਿ ਇਹ ਇੱਥੇ ਇੰਚਾਰਜ ਬਣਾਇਆ ਜਾਵੇ। ਹੁਣ ਕੀ ਮਤਲਬ ਕਿ ਸਾਡੇ ਕੋਲ ਨਵੇਂ ਡਾਕਟਰ ਨਹੀਂ ਹੈਗੇ, ਅਸੀਂ ਨਵੀਆਂ ਜੋਬਸ ਦੀ ਗੱਲ ਕਰਦੇ ਹੈਗੇ ਹਾਂ। ਪੰਜਾਬ ਦੇ ਵਿੱਚ ਘੱਟੋ ਘੱਟ ਮਤਲਬ ਕਿ 1500 ਡਾਕਟਰ ਹਰ ਸਾਲ ਪੈਦਾ ਹੁੰਦਾ ਹੈਗਾ। ਜੇ ਆਪਾਂ ਸਾਰੇ ਮੈਡੀਕਲ ਕਾਲਜਾਂ ਦੀ ਗੱਲ ਕਰ ਲਈਏ, ਉਹ ਇੱਕ ਬੰਦਾ ਆਲਰੇਡੀ ਰਿਟਾਇਰਡ ਹੈਗਾ, ਜਿਹੜਾ ਬੰਦਾ ਆਲਰੇਡੀ ਪੈਨਸ਼ਨ ਲੈ ਲਿਆ ਹੈਗਾ, ਉਹਨੂੰ ਫਿਰ ਤੁਸੀਂ 50-60 ਹਜ਼ਾਰ ਰੁਪਈਆ ਹੋਰ ਮਤਲਬ ਕਿ ਇਸ ਦੇ ਰਹੇ ਹੋ। ਉਹ ਠੀਕ ਹੈ ਕਿ ਉਹ ਪਰਚੀ ਸਿਸਟਮ 'ਤੇ ਹੈਗਾ ਵੀ ਜੇ ਇੱਕ ਦਿਨ 'ਚ ਤੁਸੀਂ 50 ਰੁਪਈਆ ਮਰੀਜ਼ ਹੈਗਾ ਮੰਨ ਲਓ, ਜੇ ਉਹ 50 ਮਰੀਜ਼ ਦਿੰਦਾ ਹੈਗਾ ਤਾਂ ਉਹਦੇ ਮਤਲਬ ਕਿ 2500 ਬਣ ਗਏ। 2500 ਹੋ ਗਏ ਤਾਂ ਕਦੋਂ ਕਹਿੰਦਾ ਮਤਲਬ ਹੈਗਾ ਕਿ 25-75 ਹਜ਼ਾਰ ਰੁਪਈਆ ਉਹ ਮਹੀਨੇ ਦੇ ਕਮਾ ਲੈਂਦਾ ਹੈਗਾ। ਅਤੇ ਉਹ ਇੱਕ ਮਤਲਬ ਕਿ ਇੱਕ ਉਹ ਪੱਖ ਹੈਗਾ। ਇਹ ਬੰਦਾ ਕਹਿੰਦਾ ਮਤਲਬ ਆਊਟਸੋਰਸਿੰਗ ਜਾਂ ਪ੍ਰਾਈਵੇਟ ਵਾਲੇ ਪਾਸੇ ਜਾਣ ਵਾਲੀ ਗੱਲ ਹੈਗੀ ਹੈ, ਪਰ ਪੱਕੀਆਂ ਨੌਕਰੀਆਂ ਨਹੀਂ ਦਿੰਦੀ, ਆਹ ਪੱਖ ਹੈਗਾ। ਦੂਜੇ ਜਿਹੜੀ ਇਹਨਾਂ ਨੇ ਹੁਣ ਸ਼ੁਰੂ ਕੀਤੇ ਨੇ 500 ਜਿਹੜੇ, ਇਹ ਇਹਨਾਂ ਨੇ ਆਲਰੇਡੀ ਜਿਹੜੇ ਮੈਂ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰ ਜਿਹੜੇ ਆਲਰੇਡੀ ਹੈਗੇ ਨੇ, ਇਹ ਉਹਨਾਂ ਦਾ ਹੀ ਨਾਮ ਬਦਲਿਆ ਹੈਗਾ। ਇਹ ਨਵੇਂ ਨਹੀਂ ਖੋਲ੍ਹੇ ਹੈਗੇ। ਪਹਿਲਾਂ ਵੀ ਇਹਨੇ ਵੈਸੇ ਬਿਲਡਿੰਗਾਂ ਨਹੀਂ ਸੀ ਬਣਾਈਆਂ, ਪਹਿਲਾਂ ਇਹਨਾਂ ਨੇ ਪੁਰਾਣੀ ਸਰਕਾਰ ਦੇ ਜਿਹੜੇ ਸੁਵਿਧਾ ਕੇਂਦਰ ਸੀਗੇ ਮਤਲਬ ਕਿ ਉਹਨਾਂ ਦਾ ਹੀ ਨਾਮ ਬਦਲ ਕੇ ਆਮ ਆਦਮੀ ਕਲੀਨਿਕ। ਬਿਲਕੁਲ ਹੁਣ ਵੀ ਐਵੇਂ ਹੀ ਜਿਹੜਾ ਹੋ ਰਿਹਾ, ਕਈ ਵਾਰ ਜਿਹੜੀਆਂ ਪਾਰਟੀਆਂ ਜਦੋਂ ਸੱਤਾ 'ਚ ਨਹੀਂ ਹੁੰਦੀਆਂ ਉਦੋਂ ਵਾਅਦੇ ਇੱਦਾਂ ਦੇ ਕਰ ਲੈਂਦੀਆਂ, ਫਿਰ ਉਸ ਚੀਜ਼ ਨੂੰ ਦਿਖਾਉਣ ਵਾਸਤੇ ਇੱਦਾਂ ਜਿਹੜਾ ਹੈ ਉਹ ਕਰਨਾ ਪੈਂਦਾ। ਪੈਸਾ ਤਾਂ ਆਮ ਜਨਤਾ ਦਾ ਜਿਹੜਾ ਖਰਾਬ ਹੋ ਰਿਹਾ ਵਾ। ਪ੍ਰਾਇਮਰੀ ਹੈਲਥ ਸੈਂਟਰ ਨੂੰ ਹੀ ਉਹਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਕਰਤਾ। ਜਿਵੇਂ ਮੈਂ ਦੱਸਿਆ ਪ੍ਰਾਇਮਰੀ ਹੈਲਥ ਸੈਂਟਰ 'ਚ ਆਲਰੇਡੀ ਡਾਕਟਰ ਹੈਗਾ, ਪੂਰਾ ਸਟਾਫ ਹੈਗਾ, ਅਤੇ ਉਹਨਾਂ ਦੇ ਉੱਤੇ ਉਹ ਮਤਲਬ ਕਿ ਆਲਰੇਡੀ ਸਾਰਾ ਕੁਝ ਹੈਗਾ ਸੀਗਾ। ਜਿਹੜੇ ਤੁਸੀਂ ਕਹਿ ਜਿਹੜੇ ਪਿੰਡਾਂ ਤੋਂ ਡਾਕਟਰ ਸੀਗੇ ਪਹਿਲਾਂ ਸਬਸਿਡਰੀ ਹੈਲਥ ਸੈਂਟਰ ਤੋਂ, ਜਿੱਥੇ ਕੋਈ ਮਾੜੀ ਮੋਟੀ ਘਾਟ ਹੈਗੀ ਜਾਂ ਕੋਈ ਡਾਕਟਰ ਨਹੀਂ ਹੈ, ਉੱਥੋਂ ਬੁਲਾ ਲਿਆ। ਹੁਣ ਉੱਥੇ ਕੀ ਕੀਤਾ ਹੈਗਾ, ਉੱਥੇ ਇਹਨਾਂ ਨੇ ਇੱਕ ਕਮਿਊਨਿਟੀ ਹੈਲਥ ਆਫਿਸਰ ਜਿਹੜਾ ਸੀਗਾ,
ਲਗਾਉਣ ਦੀ ਕਰ ਰਹੇ ਨੇ, ਮਤਲਬ ਕਿ ਉਹ ਕਮਿਊਨਿਟੀ ਹੈਲਥ ਅਫੀਸਰ ਜਿਹੜਾ ਹੈਗਾ ਨਾ ਉਹ MBBS ਨਹੀਂ ਹੈਗਾ ਜੀ। ਉਹ ਜਿਵੇਂ ਨਰਸਿੰਗ ਵਿੱਚ BSc ਕੀਤੀ ਹੈ ਕਿਸੇ ਨੇ, ਜਾਂ ਕਿਸੇ ਹੋਰ ਕੋਈ BSc ਮਤਲਬ ਕਿ ਗ੍ਰੈਜੂਏਸ਼ਨ ਕੀਤੀ ਹੈਲਥ ਨਾਲ ਰਿਲੇਟਿਡ, ਉਸ ਬੰਦੇ ਨੂੰ ਉੱਥੇ ਭੇਜਿਆ ਜਾ ਰਿਹਾ ਹੈਗਾ, ਜਿਹਦਾ ਕਿ ਵਿਰੋਧ ਵੀ ਹੋ ਰਿਹਾ ਹੈਗਾ। IMA ਕਰ ਰਹੀ ਹੈ ਵੀ ਇਹ ਤੁਸੀਂ ਮਤਲਬ ਕਿ ਲੋਕਾਂ ਦੀ ਜਿਹੜੀ ਸਿਹਤ ਹੈਗੀ ਹੈ ਉਹਨਾਂ ਦੇ ਹੱਥ ਵਿੱਚ ਤੁਸੀਂ ਦੇ ਰਹੇ ਹੋ ਜਿਹੜੇ MBBS ਨਹੀਂ ਹੈਗੇ, ਠੀਕ ਹੈ। ਤੇ ਬਈ ਜਾਂ ਤਾਂ ਕਿ ਸਾਡੇ ਕੋਲ ਡਾਕਟਰ ਨਹੀਂ ਹੈਗੇ ਤੇ ਕਮਿਊਨਿਟੀ ਹੈਲਥ ਅਫੀਸਰ ਇਸ ਕਰਕੇ ਵੀ ਉਹਨਾਂ ਨੂੰ ਥੋੜੀ ਬਹੁਤੀ ਅਸੀਂ ਟ੍ਰੇਨਿੰਗ ਦੇ ਕੇ ਉੱਥੇ ਭੇਜ ਰਹੇ ਹਾਂ, ਉਹ ਉੱਥੇ ਵੀ ਨਹੀਂ ਮਤਲਬ ਕਿ ਹੋ ਰਿਹਾ ਹੈ। ਡਾਕਟਰ ਸਾਹਿਬ ਆਪਣੇ ਕੋਲ ਖਬਰਾਂ ਹੋਰ ਵੀ ਨੇ, ਆਪਾਂ ਥੋੜਾ ਸਮਾਂ ਉਹਨਾਂ ਖਬਰਾਂ ਨੂੰ ਵੀ ਦੇਣਾ ਹੈ। ਇੱਕ ਇਹ ਤਾਂ ਗੱਲ ਹੋ ਗਈ ਹੈ ਕਿ 117 ਜਿਹੜੇ ਐਮੀਨੈਂਸ ਸਕੂਲ ਜਿਹੜੇ ਬਣਾਉਣ ਦੀ ਗੱਲ ਕੀਤੀ ਗਈ ਆ ਹਰੇਕ ਹਲਕੇ ਦੇ ਵਿੱਚ। ਇੱਕ ਇਹ ਵੀ ਐਵੇਂ ਲੱਗਦਾ ਜਿਵੇਂ ਚੱਲ ਰਿਹਾ ਪਹਿਲਾਂ ਜਦੋਂ ਬਾਦਲ ਸਰਕਾਰ ਸੀਗੀ ਉਦੋਂ ਉਹਨਾਂ ਨੇ ਮੈਰੀਟੋਰੀਅਸ ਸਕੂਲ ਕਰਤਾ, ਮੁੜ ਕੇ ਸਮਾਰਟ ਸਕੂਲ ਕਰਤਾ, ਹੁਣ ਐਮੀਨੈਂਸ ਕਰ ਦਿੱਤਾ। ਗੱਲ ਇਹ ਆ ਕਿ ਨਾਮ ਬਦਲ ਰਿਹਾ ਆ, ਕੁਛ ਡਿਵੈਲਪਮੈਂਟ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਨਹੀਂ, ਕੁਛ ਆਊਟਪੁੱਟ ਨਹੀਂ ਜਿਹੜੀ ਆ ਰਹੀ। ਨਹੀਂ, ਬਿਲਕੁਲ ਸਹੀ ਗੱਲ ਹੈਗੀ ਹੈ। ਮੈਂ ਇਸ 'ਤੇ ਵੀ ਮਤਲਬ ਜਦੋਂ ਵੀ ਕੋਈ ਨਵੀਂ ਸਰਕਾਰ ਆਉਂਦੀ ਤੁਸੀਂ ਗੱਲ ਕੀਤੀ, ਦੇਖੋ ਜੇ ਆਪਾਂ ਕੇਂਦਰ ਤੋਂ ਗੱਲ ਮਤਲਬ ਇਹਨਾਂ ਨਾਲ ਜੋੜੀਏ ਤਾਂ ਕੇਂਦਰ ਦੇ ਵਿੱਚ ਜਦੋਂ ਦੀ ਇਹ ਨਿਊ ਐਜੂਕੇਸ਼ਨ ਪੋਲਿਸੀ ਆਈ ਹੈ 2020 ਦੇ ਵਿੱਚ, 2020 ਵਿੱਚ ਆਈ ਕੀ ਹੈਗੀ ਹੈ, ਉਹ ਲਿਆਂਦੀ ਹੈਗੀ ਹੈ ਜਦੋਂ ਕੋਵਿਡ ਦਾ ਟਾਈਮ ਸੀਗਾ। ਕੋਈ ਡਿਸਕਸ਼ਨ ਨਹੀਂ ਹੋਈ, ਕੁਛ ਨਹੀਂ ਹੋਈ, ਉਹਦੇ 'ਤੇ ਬਹੁਤ ਮਤਲਬ ਕਿ ਗੱਲਬਾਤ ਹੋ ਰਹੀ ਹੈ ਵੀ ਇਹਨੂੰ ਮਤਲਬ ਕਿ ਬਦਲਿਆ ਜਾਵੇ ਜਾਂ ਇਹ ਮਤਲਬ ਕਿ ਠੀਕ ਨਹੀਂ ਹੈਗੀ। ਉਹਦੇ ਤਹਿਤ ਹੀ ਹੁਣੇ PM ਮਤਲਬ ਕਿ ਜਿਹੜਾ PM ਸ਼੍ਰੀ ਇਹ ਸਕੂਲ ਜਿਹੜੇ ਨੇ ਇਹ 10,000 ਸਕੂਲ ਹਿੰਦੁਸਤਾਨ 'ਚ ਖੋਲ੍ਹਣ ਦੀ ਮਤਲਬ ਕੀਤੀ ਹੈ। ਉਹ ਕਹਿੰਦੇ ਵੀ ਇਹ ਜਿਹੜੇ ਨੇ ਮਤਲਬ ਕਿ ਨਵੀਂ ਐਜੂਕੇਸ਼ਨ ਪੋਲਿਸੀ 'ਚ ਅਸੀਂ ਕੀ ਲਿਆਉਣਾ ਚਾਹੁੰਦੇ ਹਾਂ, ਕੀ ਕਰਨਾ ਚਾਹੁੰਦੇ ਹਾਂ, ਉਹਦੇ ਵਿੱਚ ਮਤਲਬ ਕਿ ਉਹ ਸਾਡੇ ਮਾਡਲ ਹੋਣਗੇ। ਉਸ ਤੋਂ ਬਾਅਦ ਫਿਰ ਅਸੀਂ ਜਿਹੜੇ ਉਹ ਸਕਸੈਸਫੁਲ ਹੋਏ ਤਾਂ ਫਿਰ ਅਸੀਂ ਉਹਨਾਂ ਨੂੰ ਅੱਗੋਂ ਵਧਾਵਾਂਗੇ। ਇਹ ਤੁਹਾਨੂੰ ਕਿਉਂਕਿ ਦੇਖੋ ਐਜੂਕੇਸ਼ਨ ਜਿਹੜੀ ਹੈਗੀ ਹੈ, ਜੇ ਹੈਲਥ ਜਿਹੜੀ ਹੈਗੀ ਹੈ, ਇਹ ਦਰਅਸਲ ਸਟੇਟ ਦਾ ਇਸ਼ੂ ਹੈਗਾ, ਹੈ ਨਾ। ਵੀ ਇਹ ਮਤਲਬ ਕਿ ਸਿਹਤ ਦਾ ਇਸ ਵਾਸਤੇ ਐਜੂਕੇਸ਼ਨ ਵਾਸਤੇ ਸਟੇਟ ਨੂੰ ਆਪਣੀ ਪੋਲਿਸੀ ਬਣਾਉਣੀ ਚਾਹੀਦੀ, ਆਪਣਾ ਫੈਸਲਾ ਕਰਨਾ ਚਾਹੀਦਾ ਹੈਗਾ। ਇਹ ਸਾਡੇ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਵੀ ਕੁਝ ਸਟੇਟ ਸਬਜੈਕਟ ਨੇ, ਕੁਝ ਕੇਂਦਰ ਦੇ ਸਬਜੈਕਟ ਨੇ। ਕੇਂਦਰ ਮਾੜਾ ਮੋਟਾ ਡਾਇਰੈਕਸ਼ਨ ਦੇ ਸਕਦਾ ਹੈਗਾ, ਪਰ ਅਦਰਵਾਈਜ਼ ਇਹ ਕੰਮ ਸਟੇਟ ਦਾ ਹੈਗਾ। ਤੇ ਸਿਹਤ ਤਾਂ ਪੱਕੀ ਸਟੇਟ ਦੀ ਬਣਦੀ ਹੈਗੀ, ਕਿਉਂਕਿ ਮੈਂ ਇਹਦੇ 'ਤੇ ਕਰਦਾ ਗੱਲ ਵੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਹਿੰਦੁਸਤਾਨ ਇੱਕੋ ਜਿਹਾ ਨਹੀਂ ਹੈ। ਬਿਮਾਰੀ ਜਿਹੜੀ ਹੈਗੀ ਹੈ ਉਹ ਤੁਹਾਡੇ ਆਬੋ ਹਵਾ ਦੇ ਨਾਲ, ਪਾਣੀ ਦੇ ਨਾਲ, ਹਵਾ ਦੇ ਨਾਲ ਇਸ ਤਰ੍ਹਾਂ ਬਿਮਾਰੀਆਂ ਬਣਦੀਆਂ ਨੇ। ਕਸ਼ਮੀਰ ਦੀਆਂ ਬਿਮਾਰੀਆਂ ਜਿਹੜੀਆਂ ਸਾਊਥ ਦੇ ਵਿੱਚ ਮਤਲਬ ਕਿ ਨਹੀਂ ਹੈਗੀਆਂ। ਸਾਡੇ ਪੰਜਾਬ ਵਾਲੀਆਂ ਬਿਮਾਰੀਆਂ ਵੀ ਆਪਾਂ ਜੇ ਕਹੀਏ ਤਾਂ ਸਾਡਾ ਰਾਜਸਥਾਨ ਰੇਗਿਸਤਾਨ ਵਾਲਾ ਇਲਾਕਾ, ਉਹਨਾਂ ਦੀਆਂ ਬਿਮਾਰੀਆਂ ਹੋਰ ਨੇ, ਇੱਥੇ ਹੋਰ ਨੇ। ਤਾਂ ਇਸ ਕਰਕੇ ਇਹ ਐਵੇਂ ਸਕੂਲਾਂ ਦੀ ਗੱਲ ਹੈਗੀ, ਐਮੀਨੈਂਸ ਗੱਲ ਹੈਗੀ ਵੀ ਐਜੂਕੇਸ਼ਨ ਇੱਕ ਬੜਾ ਵਧੀਆ ਹੈਗਾ। ਆਪਾਂ ਗੱਲ ਅਸੀਂ ਕਦੇ ਸੀਨੀਅਰ ਸੈਕੰਡਰੀ ਸਕੂਲ, ਕਦੇ ਸੀਨੀਅਰ ਸੈਕੰਡਰੀ ਬੋਰਡ ਵੀ ਕਈ ਹੈਗੇ ਨੇ, ਮਤਲਬ ਕਿ ਸੈਂਟਰਲ ਬੋਰਡ ਦਾ ਹੈਗਾ, ਪੰਜਾਬ ਸਕੂਲ ਬੋਰਡ ਹੈਗਾ, ICSE ਹੈਗੀ, ਅਤੇ ਕਿੰਨੇ ਤਰ੍ਹਾਂ ਦੇ ਮਤਲਬ ਕਿ ਇਸ ਤਰ੍ਹਾਂ ਦੇ ਬੋਰਡ ਹੈਗੇ ਨੇ ਵੀ ਸਾਰਿਆਂ ਵਾਸਤੇ ਇੱਕੋ ਜਿਹੀ ਮਤਲਬ ਕਿ ਹੋਵੇ। ਤੁਸੀਂ ਬਿਲਕੁਲ ਸਹੀ ਗੱਲ ਕਰੀ, ਮੈਰੀਟੋਰੀਅਸ ਸਕੂਲ ਹੈਗੇ ਨੇ, ਕਿਤੇ ਮਾਡਲ ਸਕੂਲ ਹੈਗੇ ਨੇ, ਕਿਤੇ ਪਬਲਿਕ ਸਕੂਲ ਹੈਗੇ ਨੇ। ਸਾਰਿਆਂ ਦਾ ਆਪਣਾ ਆਪਣਾ ਇੱਕ ਵੱਖਰਾ ਤਰੀਕਾ ਨਾਲ ਹੈਗਾ, ਸਿਲੇਬਸ ਵੀ ਆਪਣੇ ਹਿਸਾਬ ਨਾਲ ਤੈਅ ਕੀਤੇ ਹੋਏ ਨੇ। ਬਿਲਕੁਲ। ਡਾਕਟਰ ਸਾਹਿਬ ਇੱਕ ਗੱਲ ਥੋੜ੍ਹੀ ਜਿਹੀ ਬਜਟ ਦੀ ਵੀ ਕਰ ਲਈਏ। ਬਜਟ ਆਇਆ ਪਿਛਲੇ ਦਿਨੀ, ਕੀ ਦੇਖਣ ਨੂੰ ਮਿਲਿਆ ਵਾ? ਕੁਝ ਆਮ ਵਿਅਕਤੀ ਨੂੰ ਕੋਈ ਸਹੂਲਤ ਜਿਹੜੀ ਹੈ, ਜਾਂ ਫਿਰ ਹਰ ਵਾਰੀ ਦੀ ਤਰ੍ਹਾਂ ਜਿਹੜਾ ਆ ਉਹ ਕਈ ਵਾਰ ਹੁੰਦਾ ਨਾ ਕੰਨ ਇੱਧਰੋਂ ਨਹੀਂ ਅਤੇ ਦੂਜੇ ਪਾਸਿਓਂ ਕਰਕੇ ਫੜ ਲੈਣਾ, ਉਹੀ ਗੱਲ ਜਿਹੜੀ ਸਾਹਮਣੇ ਆਈ ਹੈ ਫਿਰ? ਨਹੀਂ, ਦੇਖੋ ਜਦੋਂ ਵੀ ਬਜਟ ਆਉਂਦਾ ਹੈਗਾ ਅਤੇ ਜਿਸ ਲੋਕਾਂ ਦੇ ਕੋਲ ਜਾ ਕੇ ਮਤਲਬ ਕਿ ਲੋਕ ਗੱਲ ਕਰਦੇ ਨੇ, ਜਾਂ ਪੱਤਰਕਾਰ ਜਿਹੜੇ ਵੀ ਆਪਣੇ ਰਿਪੋਰਟਾਂ ਮਤਲਬ ਉਹ ਕਰਦੇ ਨੇ, ਤਾਂ ਉਹਦੇ ਵਿੱਚ ਜਿਹੜਾ ਤਾਂ ਮਤਲਬ ਕਿ ਸਰਕਾਰ ਦੇ ਨਾਲ ਖੜਨ ਵਾਲਾ ਬੰਦਾ ਹੁੰਦਾ, ਸਰਕਾਰੀ ਆਪਾਂ ਕਹਿ ਲਓ ਵੀ ਜਿਹੜਾ ਪਾਰਟੀਆਂ ਦਾ ਬੰਦਾ ਹੁੰਦਾ, ਉਹਨਾਂ ਨੂੰ ਤਾਂ ਇਹ ਮਤਲਬ ਇਤਿਹਾਸਿਕ ਲੱਗਦਾ ਹੈਗਾ। ਇੱਕੋ ਸ਼ਬਦ ਸ਼ਬਦ ਰੱਖਿਆ ਹੋਇਆ, ਇਹ ਇਤਿਹਾਸਿਕ ਸ਼ਬਦ ਹੈ ਨਾ। ਦੂਜਾ ਕਹਿੰਦਾ ਵੀ ਇਹਨਾਂ ਨੇ ਕੱਖ ਨਹੀਂ ਦਿੱਤਾ, ਹੈ ਨਾ, ਕੋਈ ਬਦਲਾਅ ਨਹੀਂ ਹੈਗਾ। ਵੈਸੇ ਇਹ ਮਤਲਬ ਕਿ ਲੋਕਾਂ ਨੂੰ ਕਈ ਤਰ੍ਹਾਂ ਦੀ ਆਸਾਂ ਸੀਗੀਆਂ, ਕਿਉਂਕਿ ਇਹ ਮੌਜੂਦਾ ਸਰਕਾਰ ਦਾ ਆਖਰੀ ਬਜਟ ਹੈ। ਇਸ ਤੋਂ ਬਾਅਦ ਹੁਣ 2024 'ਚ ਇਲੈਕਸ਼ਨ ਹੈਗੀ ਹੈ ਅਤੇ ਉਸ ਤੋਂ ਪਹਿਲਾਂ ਬਜਟ ਨਹੀਂ ਹੋਣਾ। ਉਸ ਤੋਂ ਬਾਅਦ ਯਾਨੀ ਜਦੋਂ ਸਰਕਾਰ ਜਿਹੜੀ ਬਣੂਗੀ ਉਹ ਥੋੜ੍ਹਾ ਜਿਹਾ ਫਿਰ ਅਗਲੋਂ ਆਪਣਾ ਬਜਟ ਲੈ ਕੇ ਆਊਗੀ। ਤਾਂ ਕਈ ਲੋਕਾਂ ਨੂੰ ਬੜੀ ਆਸਾਂ ਸੀਗੀਆਂ, ਅਤੇ ਹੁਣ ਜਿਵੇਂ ਲੋਕਾਂ ਨੇ ਕਿਹਾ ਕਿ ਵੀ ਪਿਛਲੇ 5 ਸਾਲਾਂ ਤੋਂ ਮਤਲਬ ਕਿ ਜਿਹੜੇ ਸੈਲਰੀ ਕਲਾਸ ਵਾਲੇ ਬੰਦੇ ਹੈਗੇ ਨੇ ਉਹਨਾਂ ਨੂੰ ਉਹ ਸੀਗੀ ਵੀ ਲਿਮਿਟ ਇਨਕਮ ਟੈਕਸ ਦੀ ਵਧੂਗੀ। ਤਾਂ ਬੜੀ ਵੱਡੀ ਹੈਡਲਾਈਨ ਸੀ ਵੀ 7 ਲੱਖ ਰੁਪਈਆ ਕਰਤਾ, ਵੀ 7 ਲੱਖ ਤੱਕ ਕੋਈ ਟੈਕਸ ਨਹੀਂ ਹੈਗਾ। ਪਰ ਜਿਹਨੇ ਹੁਣ ਕੈਲਕੂਲੇਟ ਕਰਕੇ ਦੇਖਿਆ ਹੈਗਾ, ਉਹਦੇ ਵਿੱਚ ਇਹ ਸੀ ਵੀ ਇਹ ਜੀ ਦੂਜੀ ਸਕੀਮ ਸ਼ੁਰੂ ਕੀਤੀ ਹੈ ਵੀ ਜੇ ਕਿਸੇ ਨੇ ਇਹ ਮੰਨੀ ਜਾਂ ਮੰਨ ਲੈ, ਨਹੀਂ ਤਾਂ ਪੁਰਾਣੀ ਨਾਲ ਵੀ ਭਰ ਸਕਦਾ ਹੈਗਾ। ਫਰਕ ਕੀ ਹੈਗਾ ਕਿ ਜਿਹੜੀ ਇਹਨਾਂ ਨੇ ਜਿਹੜੀ 1.5 ਲੱਖ ਰੁਪਈਆ ਬੱਚਤ ਹੁੰਦੀ ਸੀਗੀ ਉਹ ਵਿੱਚ ਰਿਬੇਟਸ ਜਿਹੜੀਆਂ ਮਿਲਦੀਆਂ ਸੀਗੀਆਂ ਉਹ ਸਾਰੀਆਂ ਕਰ ਦਿੱਤੀਆਂ, ਅਤੇ 6.5 ਲੱਖ ਤਾਂ ਪਹਿਲਾਂ ਹੀ ਸੀਗਾ ਇਹ। 6.5 ਲੱਖ ਤੱਕ ਤਾਂ ਤੁਸੀਂ ਪਹਿਲਾਂ ਹੀ ਤੁਹਾਨੂੰ ਮਤਲਬ ਕਿ ਟੈਕਸ ਫਰੀ ਸੀਗਾ। ਬਿਲਕੁਲ। ਇਹ ਸਿਰਫ 50,000 ਰੁਪਈਆ ਜਿਹੜਾ ਹੈ ਉਹ ਕਹਿ ਲਓ ਵੀ ਉਹ ਵਧਾਇਆ ਹੈਗਾ ਉਹਨਾਂ ਨੇ, ਹੋਰ ਕੋਈ ਮਤਲਬ ਕਿ ਕੋਈ ਖਾਸ ਮਤਲਬ ਗੱਲ ਨਹੀਂ ਕੀਤੀ। ਅਤੇ ਉਸ ਤੋਂ ਇਲਾਵਾ ਫਿਰ ਬਾਕੀ ਬਰੀਕੀਆਂ ਤਾਂ ਜਦੋਂ ਇਹ ਬਜਟ ਪੂਰਾ ਆ ਜਾਊਗਾ ਤਾਂ ਜਦੋਂ ਜਿਹੜੇ ਐਕਸਪਰਟ ਨੇ ਜਿਹੜੇ ਇਨਕਮ ਟੈਕਸ ਕੈਲਕੂਲੇਟ ਕਰਦੇ ਨੇ ਉਹ ਦੱਸਣਗੇ। ਇਸ ਤੋਂ ਇਲਾਵਾ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਹਾਂ ਕਿ ਵੀ ਸਾਰਿਆਂ ਨੂੰ ਖੁਸ਼ ਕਰਨ
ਕਰਨ ਦੀ ਗੱਲ ਹੁੰਦੀ ਹੈ, ਜੇ ਆਪਾਂ ਕਹੀਏ ਵੀ ਬਜ਼ੁਰਗਾਂ ਦਾ ਵੀ ਵਿੱਚ ਹੈਗਾ, ਔਰਤਾਂ ਦਾ ਵੀ ਹੈਗਾ, ਵਿਦਿਆਰਥੀਆਂ ਦਾ ਵੀ ਹੈਗਾ, ਸਾਰਿਆਂ ਦੇ ਹੈਡਿੰਗ ਵਿੱਚ ਕੁਛ ਨਾ ਕੁਛ ਉਹ ਕੀਤਾ ਹੈਗਾ। ਉਹ ਬਰੀਕੀਆਂ ਕੀ ਨੇ, ਉਹ ਇੱਕ ਵੱਖਰੀ ਮਤਲਬ ਕਿ ਗੱਲ ਹੈਗੀ ਹੈ ਵੀ ਜਦੋਂ ਮਤਲਬ ਕਿ ਸਾਹਮਣੇ ਆਉਣਗੀਆਂ ਉਹਨਾਂ ਦਾ ਮਤਲਬ ਕਿ ਮਤਲਬ ਕਿ ਨਿਕਲ ਕੇ ਆਊਗਾ ਅਸਲੀ ਕੀ ਹੈਗਾ। ਪਰ ਅਦਰਵਾਈਜ਼ ਜਿਹੜੀ ਗੱਲ ਕਰੀਏ ਕਿ ਇਹਦਾ ਕੱਲ੍ਹ ਮਤਲਬ ਕਿ ਆਪਣੇ ਵਿੱਤ ਮੰਤਰੀ ਸੀਤਾਰਮਨ ਨੇ ਜਿਹੜੇ BJP ਦੇ MLA ਹੈਗੇ ਨੇ, ਚਾਹੇ ਉਹ ਮਤਲਬ ਕਿ ਲੋਕ ਸਭਾ ਦੇ ਚਾਹੇ ਰਾਜ ਸਭਾ ਦੇ, ਸਾਰਿਆਂ ਨੂੰ ਕਲਾਸ ਲਾਈ, ਸਾਰਿਆਂ ਨੂੰ ਕਲਾਸ ਲਈ ਸਮਝਾਇਆ ਬਜਟ ਹੈ ਨਾ, ਵੀ ਤਾਂ ਕਿ ਉਹ ਆਪਣੇ ਇਲਾਕੇ ਜਾ ਕੇ ਦੱਸਣ ਵੀ ਇਹਦੀਆਂ ਖੂਬੀਆਂ ਕੀ ਨੇ। ਜੇ ਮਤਲਬ ਕਹਿੰਦਾ ਮਤਲਬ ਜੇ ਮੈਂ ਤੈਨੂੰ ਇਹ ਸਮਝਦਾ ਵੀ ਜੇ ਵਿੱਤ ਮੰਤਰੀ ਨੂੰ ਕਲਾਸ ਲਾ ਕੇ ਆਪਣੇ MP ਨੂੰ ਸਮਝਾਉਣਾ ਪੈ ਰਿਹਾ ਹੈ ਜਿਹੜੇ ਕਿ ਵਿੱਚ ਬੈਠੇ ਸੀਗੇ, ਤਾਂ ਫਿਰ ਅੱਗੋਂ ਜਦੋਂ ਉਹ ਲੋਕਾਂ ਨੂੰ ਜਾ ਕੇ ਦੱਸਣਗੇ, ਇਹਨਾਂ ਮਤਲਬ ਕਿਤੇ ਨਾ ਕਿਤੇ ਕੋਈ ਕਮੀ ਹੈਗੀ ਹੈ ਜਿਹੜੀ ਮਤਲਬ ਕਿ ਵਿੱਤ ਮੰਤਰੀ ਉੱਥੇ ਲੋਕ ਸਭਾ 'ਚ ਨਹੀਂ ਬੋਲ ਸਕੀ, ਅਤੇ ਜਾਂ ਜਿਹੜੇ ਅਖਬਾਰਾਂ ਵਾਲਿਆਂ ਨੂੰ ਜਿਹਨਾਂ ਨੇ ਆਪਣੇ ਕਰਨੇ ਸੀਗੇ ਹੈਡਿੰਗ, ਉਹਨਾਂ ਨੂੰ ਸਮਝ ਨਹੀਂ ਆਇਆ, ਅਤੇ ਵੀ ਇਹਨਾਂ ਨੂੰ ਦੁਬਾਰਾ ਤੌਰ 'ਤੇ ਇਸ ਤਰ੍ਹਾਂ ਮਤਲਬ ਕਿ ਲੋਕਾਂ ਜਾ ਕੇ ਬਜਟ ਸਮਝਾਉਣਾ ਪੈ ਰਿਹਾ ਹੈਗਾ। ਆਪਾਂ ਉੱਥੋਂ ਜਾ ਲੱਗ ਸਕਦੇ ਵੀ ਇਹਦੇ 'ਚ ਆਮ ਆਦਮੀ ਵਾਸਤੇ ਕੀ ਹੈਗਾ। ਜੀ ਬਿਲਕੁਲ ਡਾਕਟਰ ਸਾਹਿਬ, ਇੱਕ ਅਡਾਨੀ ਦੀ ਜਿਹੜੀ ਆ ਉਹ ਬੜਾ ਹੰਗਾਮਾ ਹੋ ਰਿਹਾ ਵਾ ਸੰਸਦ ਦੇ ਵਿੱਚ ਵੀ, ਅਤੇ ਅਡਾਨੀ ਦੀ ਗੱਲ ਕਰੀਏ ਤਾਂ ਜਦੋਂ ਸਰਕਾਰ ਦੀ ਗੱਲ ਚੱਲਦੀ ਸੀ ਤਾਂ ਹਰ ਵਾਰੀ ਇਹ ਗੱਲ ਹੁੰਦੀ ਸੀਗੀ ਕਿ ਜਿਹੜੀ ਇਹ ਸਰਕਾਰ ਆ ਬਿਜ਼ਨਸਮੈਨਾਂ ਦੀ ਸਰਕਾਰ ਆ ਇੱਦਾਂ, ਪਰ ਅਡਾਨੀ ਦੇ ਪੈਰਾਂ ਹੇਠੋਂ ਜਿਵੇਂ ਕਲੀਨ ਖਿੱਚਿਆ ਗਿਆ ਆ, ਜਾਂ ਕਹਿ ਰਹੀ ਇਲੈਕਸ਼ਨ ਤੋਂ ਪਹਿਲਾਂ ਐਵੇਂ ਦੀ ਗੱਲ ਜਿਹੜੀ ਸਾਹਮਣੇ ਆਈ ਆ, ਇਸ ਨੂੰ ਕਿਵੇਂ ਦੇਖ ਰਹੇ ਹੋ? ਪਹਿਲਾਂ ਉਹ ਦੁਨੀਆ ਦੇ ਜਿਹੜੇ 10 ਅਮੀਰ ਵਿਅਕਤੀ ਸੀ ਉਹਨਾਂ ਦੇ ਵਿੱਚ ਸੀਗਾ, ਉਸ ਤੋਂ ਬਾਹਰ ਹੋਇਆ, ਹੁਣ ਜਿਹੜੇ ਦੁਨੀਆ ਦੇ 20 ਅਮੀਰ ਉਹਨਾਂ 'ਚੋਂ ਵੀ ਬਾਹਰ ਹੋ ਗਿਆ। ਇਸ ਤਰੀਕੇ ਨਾਲ ਸ਼ੇਅਰ ਵੀ ਉਹਦੇ ਜਿਹੜੇ ਆ ਉਹ ਡਿੱਗੇ ਆ। ਕਿ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਬਹੁਤ ਵੱਡਾ ਬੈਂਕਾਂ ਦੇ ਕੋਲੋਂ ਵੀ ਲੋਨ ਜਿਹੜਾ ਆ ਉਹ ਵੀ ਲੈ ਰੱਖਿਆ ਆ। ਇਹ ਦੇਖੋ, ਪਹਿਲਾਂ ਦੇਖੋ ਆਪਾਂ ਜੇ ਇਸ ਸਰਕਾਰ ਦੀ ਜੇ ਗੱਲ ਕਰੀਏ ਤਾਂ ਲੱਗਦਾ ਸੀ ਵੀ ਜੇ ਅਡਾਨੀ ਅੰਬਾਨੀ ਜਿਹੜੇ ਨੇ ਮਤਲਬ ਕਿ ਦੋ ਹੀ ਬੰਦੇ ਹੈਗੇ ਨੇ ਹਿੰਦੁਸਤਾਨ ਦੇ ਵਿੱਚ, ਅਤੇ ਜਿਨ੍ਹਾਂ ਦੇ ਸਿਰ 'ਤੇ ਸਰਕਾਰ ਚੱਲਦੀ ਹੈ, ਸਰਕਾਰ ਜਿਨ੍ਹਾਂ ਦੇ ਫੇਵਰ ਦੇ ਵਿੱਚ ਕੰਮ ਕਰਦੀ ਹੈਗੀ ਹੈ ਨਾ, ਵੀ ਜਿਵੇਂ ਸੂਟ ਬੂਟ ਦੀ ਸਰਕਾਰ ਮਤਲਬ ਕਿ ਇੱਕ ਵਾਰੀ ਕਿਹਾ ਗਿਆ ਸੀਗਾ, ਅਤੇ ਦੂਜਾ ਇਹ ਕਿਹਾ ਸੀਗਾ ਕਿ 2 ਬੰਦੇ ਜਿਹੜੇ ਹੈਗੇ ਨੇ ਸਰਕਾਰ 'ਚ ਬੈਠੇ ਨੇ, ਅਤੇ ਉਹ ਸਰਕਾਰ ਤੋਂ ਬਾਹਰ ਬੈਠੇ ਨੇ, 4 ਬੰਦੇ ਹੈਗੇ ਨੇ ਜਿਹੜੀ ਸਰਕਾਰ ਚੱਲਦੀ ਹੈ ਜਿਹਦੇ ਹਿਸਾਬ ਦੇ ਨਾਲ। ਅਤੇ ਉਹ ਮਤਲਬ ਕਿ ਪਰ ਜੇ ਅਡਾਨੀ ਦੀ ਆਪਾਂ ਜੇ ਗਰੋਥ ਦੇਖੀਏ ਤਾਂ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਅੰਬਾਨੀ ਜਿਹੜਾ ਹੈਗਾ ਨਾ, ਇਹਨਾਂ ਦੇ ਪਿਓ ਨੇ ਮਿਹਨਤ ਕੀਤੀ ਹੈਗੀ ਹੈ। ਹੁਣ ਅੰਬਾਨੀ ਜਿਹੜਾ ਹੈਗਾ ਉਹ ਦੂਜੀ ਜਨਰੇਸ਼ਨ ਹੈਗੀ ਹੈ, ਤੀਜੀ ਵੀ ਕਹਿ ਲਓ, ਉਹਨਾਂ ਦਾ ਹੁਣ ਬੱਚੇ ਆ ਗਏ। ਪਿਓ ਜਿਹੜਾ ਧੀਰੂਭਾਈ ਅੰਬਾਨੀ ਸੀ ਉਹ ਸੀਗਾ, ਉਹਨੇ ਮਿਹਨਤ ਕਰਕੇ ਮਤਲਬ ਇੱਥੇ ਪਹੁੰਚੇ ਹੈਗੇ ਨੇ। ਜਦੋਂ ਕਿ ਅਡਾਨੀ ਦੀ ਗੱਲ ਕਰੀ ਤਾਂ ਪਿਛਲੇ 8-10 ਸਾਲਾਂ ਦੇ ਵਿੱਚ ਵੱਧ ਤੋਂ ਵੱਧ ਇਹ ਮਤਲਬ ਕਿ ਕਹਿਣਾ ਕਿ ਦੁਨੀਆ ਦੇ ਅਮੀਰਾਂ ਦੇ ਵਿੱਚ ਸ਼ਾਮਲ ਹੋ ਗਿਆ ਹੈ ਨਾ। ਅੰਬਾਨੀ ਕਿਸੇ ਵਕਤ ਏਸ਼ੀਆ ਦਾ ਸਭ ਤੋਂ ਅਮੀਰ ਹੁੰਦਾ ਸੀਗਾ ਕੁਝ ਸਾਲ ਪਹਿਲਾਂ ਹੀ, ਅਤੇ ਇਹ ਮਤਲਬ ਕਿ ਇਹ ਦੁਨੀਆ ਦੇ ਵਿੱਚੋਂ ਤੀਸਰੇ ਨੰਬਰ 'ਤੇ ਪਹੁੰਚ ਗਿਆ, ਮਤਲਬ ਕਿ ਉਹ ਤਾਂ ਏਸ਼ੀਆ 'ਚੋਂ ਵੀ ਅਮੀਰ ਸੀਗਾ। ਇਹ ਇੰਡੀਆ ਦੇ ਦੁਨੀਆ ਦੇ ਤੀਜੇ ਨੰਬਰ 'ਤੇ ਮਤਲਬ ਕਿ ਆ ਗਿਆ ਸੀ ਅਡਾਨੀ। ਤਾਂ ਆਪਾਂ ਰੋਜ਼ ਖਬਰਾਂ ਸੁਣਦੇ ਸੀ ਵੀ ਕਿ ਕਿਹੜਾ ਏਰੀਆ ਹੈਗਾ ਜਿੱਥੇ ਇਹ ਨਾ ਮਤਲਬ ਕਿ ਏਅਰਪੋਰਟ ਇਹ ਖਰੀਦਿਆ ਹੈਗਾ, ਸਟੇਸ਼ਨ ਇਹ ਖਰੀਦਿਆ ਹੈਗਾ ਹੈ ਨਾ, ਜਿਹੜੇ ਮਤਲਬ ਕਿ ਆਪਣੇ ਸੀ ਪੋਰਟ ਹੈਗੇ ਨੇ ਉਹਨਾਂ ਦੇ ਵੀ ਕਰ ਰਿਹਾ ਹੈਗਾ। ਹਿਮਾਚਲ ਦੇ ਸੇਬ ਇਹਨੇ ਲੈ ਲਏ, ਮਤਲਬ ਕਿ ਜਿਹੜੇ ਕਣਕ ਨੂੰ ਸਾਂਭਣ ਦੇ ਜਿਹੜੇ ਸੈਲੋਜ਼ ਨੇ ਉਹ ਖੋਲ੍ਹ ਰਿਹਾ ਹੈਗਾ। ਇਹ ਇਵੇਂ ਲੱਗਦਾ ਸੀਗਾ ਵੀ ਜਿਵੇਂ ਸਾਰਾ ਮਤਲਬ ਕਿ ਖਰੀਦੋ ਫਰੋਖਤ ਹੋ ਰਹੀ ਹੈਗੀ। ਨਾਲੇ ਆਪਾਂ ਨੂੰ ਪਤਾ ਹੀ ਹੈਗਾ ਵੀ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਮਤਲਬ ਕਿ ਬਿਜ਼ਨਸ ਸ਼ੁਰੂ ਕਰਦਾ ਹੈ, ਸਰਕਾਰ ਤੋਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ, ਕਲੀਅਰੈਂਸ ਲੈਣੀ ਪੈਂਦੀ ਹੈ, ਲਾਇਸੈਂਸ ਲੈਣੇ ਪੈਂਦੇ ਹੈਗੇ ਨੇ। ਅਤੇ ਉਹਦੇ ਵਿੱਚ ਜਿਵੇਂ ਕਹਿੰਦੇ ਸੀ ਵੀ ਇਹਦੇ 'ਤੇ ਜਿਵੇਂ ਆਪਣੇ ਸਿੱਧਾ ਨਾਮ ਲੈਂਦੇ ਸੀ ਵੀ ਨਰਿੰਦਰ ਮੋਦੀ ਹੋਰਾਂ ਦਾ ਇਹਦਾ ਹੱਥ ਹੈਗਾ। ਅਤੇ ਇਹਨਾਂ ਦੀ ਮਤਲਬ ਕਿ ਕਹਾਣੀ ਜਿਵੇਂ ਹੁਣ ਕਿਤੇ ਵਿਦੇਸ਼ ਦੇ ਵਿੱਚ ਜਦੋਂ ਵੀ ਆਪਣੇ ਪ੍ਰਧਾਨ ਮੰਤਰੀ ਜਾਂਦੇ ਸੀਗੇ ਅਤੇ ਉੱਥੇ ਜਾ ਕੇ ਵੱਡੀਆਂ ਬੈਠਕਾਂ ਕਰਨੀਆਂ, ਇਕੱਠ ਕਰਨੇ, ਇੱਥੋਂ ਤੱਕ ਵੀ ਪਤਾ ਲੱਗਿਆ ਸੀਗਾ ਵੀ ਜੀ ਅਡਾਨੀ ਹੋਣੀ ਜਿਹਨੇ ਇੱਕ ਮਤਲਬ ਕਿ ਪੂਰੀ ਟ੍ਰੇਨ ਬੁੱਕ ਕਰਕੇ ਅਤੇ ਉੱਥੇ ਮਤਲਬ ਕਿ ਲੋਕਾਂ ਨੂੰ ਲੈ ਕੇ ਜਾਂਦੇ। ਬਿਲਕੁਲ ਇਸ ਤਰ੍ਹਾਂ ਦਾ ਇਹਨਾਂ ਦਾ ਸੰਬੰਧ ਸੀਗਾ। ਅਤੇ ਇਹ ਜਿਹੜਾ ਇਹ ਡਾਊਨਫਾਲ ਹੋਇਆ ਇਹ ਹੈਗਾ ਕਿ ਜਦੋਂ ਸ਼ੇਅਰ ਮਾਰਕੀਟ ਜਿਹੜੀ ਹੈਗੀ ਨਾ ਇੱਕ ਵੱਖਰਾ ਜਿਹਾ ਫਿਨੋਮੀਨਾ ਹੈਗਾ, ਬੜੀ ਇਹ ਕਹਿ ਲਓ ਵੀ ਇੱਕ ਇਹ ਇਕਨੋਮਿਕਸ ਵੱਖਰੀ ਹੈਗੀ ਹੈ ਕਿ ਲੋਕ ਕਿਵੇਂ ਮਤਲਬ ਕਿ ਸਵੇਰੇ ਉੱਠ ਕੇ ਜੋ ਦੇਖਦੇ ਨੇ ਵੀ ਅੱਜ ਕਿਹੜਾ ਸ਼ੇਅਰ ਚੰਗਾ ਚੱਲ ਰਿਹਾ ਹੈਗਾ, ਉਦੋਂ ਖਰੀਦ ਲੈਂਦੇ ਨੇ, ਸ਼ਾਮ ਨੂੰ ਵੇਚ ਦਿੰਦੇ ਹੈ, ਸ਼ਾਮ ਤੱਕ ਆਉਂਦੇ ਜੋ ਰੇਟ ਵੱਧ ਜਾਂਦਾ ਹੈਗਾ ਉਹ ਵੇਚ ਦਿੰਦੇ ਨੇ। ਇਸ ਤਰ੍ਹਾਂ ਦਾ ਹੈਗਾ, ਯਾਨੀ ਕਿ ਤੁਸੀਂ ਕੋਈ ਕੰਮ ਨਹੀਂ ਕਰਨਾ ਅਤੇ ਮਤਲਬ ਕਿ ਵਿਦਾ ਪੈਸਾ ਮਤਲਬ ਕਿ ਜੇਬ 'ਚੋਂ ਮਤਲਬ ਕਿ ਕੰਮ ਕੀਤੇ ਬਗੈਰ ਕੋਈ ਕਿਸੇ ਦੇਸ਼ ਦੀ ਵਿਕਾਸ ਦੇ ਵਿੱਚ ਮੈਂ ਸਮਝਦਾ ਇਸ ਪੈਸੇ ਦਾ ਕੋਈ ਬਹੁਤਾ ਮਹੱਤਵ ਨਹੀਂ ਹੁੰਦਾ। ਕੋਈ ਬੰਦਾ ਹੱਥੀਂ ਕੰਮ ਨਹੀਂ ਕਰ ਰਿਹਾ, ਪੈਦਾ ਨਹੀਂ ਕਰ ਰਿਹਾ, ਮੈਨੂੰ ਮਤਲਬ ਕਿ ਆ ਕੇ ਕੋਈ ਕਹਿੰਦਾ ਵੀ ਡਾਕਟਰ ਸਾਹਿਬ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਨੇ, ਜਾਓ ਤੁਹਾਡੇ ਅੱਜ ਮੈਂ ਲਾ ਦਿੰਦਾ। ਸਵੇਰੇ ਮੇਰੇ ਕੋਲ ਲੱਖ ਰੁਪਇਆ ਲੈ ਜਾਂਦਾ, ਸ਼ਾਮ ਨੂੰ 1.5 ਲੱਖ ਮੁੜ ਜਾਂਦਾ।
ਇੱਕ ਦਿਨ ਤੁਸੀਂ 50,000 ਕੀਤਾ ਕੁਛ ਨਹੀਂ, ਬਿਲਕੁਲ ਹੈ ਨਾ। ਮਤਲਬ ਇਹ ਹੈਗਾ ਵੀ ਬੰਦਾ ਕੋਈ ਫੈਕਟਰੀ ਲਾਵੇ, ਮੈਨੂੰ ਕੋਈ ਕਹੇ ਜੀ ਆਪਾਂ ਫੈਕਟਰੀ ਲਾਈਏ ਰਲ ਕੇ, ਉੱਥੇ 10 ਬੰਦਿਆਂ ਨੂੰ ਕੰਮ ਦੇਵਾਂਗੇ, ਕੋਈ ਚੀਜ਼ ਪੈਦਾ ਕਰਾਂਗੇ, ਉਹ ਕਰਾਂਗੇ, ਇਹ ਇਸ ਤਰ੍ਹਾਂ ਦੀ ਹੈਗੀ ਹੈ। ਅਤੇ ਸ਼ੇਅਰ ਜਿਹੜਾ ਬੰਦਾ ਖਰੀਦਦਾ ਹੈਗਾ, ਸਵੇਰੇ ਉਹ ਖਰੀਦਦਾ ਹੈਗਾ, ਉਹ ਸਸਤੇ ਰੇਟ 'ਤੇ ਸ਼ਾਮ ਨੂੰ ਮਹਿੰਗੇ ਰੇਟ 'ਚ ਵੇਚ ਦਿੰਦਾ ਹੈਗਾ। ਇਹ ਰੇਟ ਘਟਦੇ ਵੱਧਦੇ ਇਹ ਹੈਗੇ ਨੇ ਵੀ ਕਿਹੜੀ ਕੰਪਨੀ ਦੇ ਵਿੱਚ ਵਾਧਾ ਹੋ ਰਿਹਾ, ਕਿਉਂਕਿ ਬੰਦੇ ਨੇ ਕਮਾ ਕੇ ਪੈਸੇ ਦੇਣੇ ਨੇ ਨਾ। ਮੰਨ ਲਓ ਅਡਾਨੀ ਜਦੋਂ ਦੇਖੋ ਇੰਨੇ ਨਵੀਆਂ ਕੰਪਨੀਆਂ ਖੋਲ੍ਹ ਰਿਹਾ ਹੈਗਾ, ਐਨਰਜੀ 'ਚ ਪੈਸਾ ਲਾ ਰਿਹਾ ਹੈਗਾ, ਫੂਡ 'ਚ ਲਗਾ ਰਿਹਾ ਹੈਗਾ, ਤਾਂ ਉਹਦੇ ਸ਼ੇਅਰ ਵੱਧ ਰਹੇ ਸੀਗੇ ਜੀ। ਫਿਰ ਇਹਨੇ ਸ਼ੇਅਰ ਵਧਾਉਣ ਦੇ ਵਾਸਤੇ ਨਾ ਇੱਕ ਜਿਸ ਕਰਕੇ ਸਾਰੀ ਗੜਬੜ ਹੋਈ, ਜਿਹੜੀ ਹੈਡਿਨਬਰਗ ਨੇ ਮਤਲਬ ਕਿ ਜਿਹੜੀ ਰਿਪੋਰਟ ਦਿੱਤੀ ਹੈਗੀ ਹੈ, ਉਹਦਾ ਛਾਨਬੀਨ ਕਰਕੇ ਉਹਨੇ ਫਰਜ਼ੀ ਕੰਪਨੀਆਂ ਕਿਸੇ ਹੋਰ ਵਿਦੇਸ਼ 'ਚ ਜਾ ਕੇ ਖੋਲ੍ਹ ਲਈਆਂ, ਅਤੇ ਉਹ ਸ਼ਾਮ ਨੂੰ ਉਹਦੇ ਇਹਦੀ ਕੰਪਨੀ 'ਚ ਪੈਸੇ ਲਗਾਉਂਦੇ ਸੀਗੇ। ਜਦੋਂ ਪੈਸੇ ਲਗਾਉਂਦੇ ਸੀ, ਸ਼ੇਅਰ ਖਰੀਦਦੇ ਸੀਗੇ, ਅਤੇ ਉਹ ਵੱਧ ਜਾਂਦੇ ਸੀਗੇ ਜੀ। ਤਾਂ ਉਹ ਜਿਹੜਾ ਵਧਿਆ ਹੋਇਆ ਸੀਗਾ, ਉਹ ਫਿਰ ਸਾਡੇ ਵਰਗੇ ਆਮ ਬੰਦੇ ਵਾਸਤੇ ਅਟਰੈਕਸ਼ਨ ਪੈਦਾ ਹੁੰਦੀ ਸੀ ਵੀ ਯਾਰ ਇਹਦੇ ਰੇਟ ਵੱਧ ਰਹੇ ਨੇ, ਤਾਂ ਆਪਾਂ ਲਾ ਦਈਏ ਅੱਜ ਪੈਸੇ। ਅਤੇ ਅਸਲ ਦੇ ਵਿੱਚ ਵੱਧ ਨਹੀਂ ਸੀ ਰਹੇ, ਅਤੇ ਗਰੋਥ ਤਾਂ ਹੋ ਨਹੀਂ ਰਹੀ ਸੀਗੀ, ਉਹ ਫਰਜ਼ੀ ਗਰੋਥ ਸੀਗੀ, ਕਿਉਂਕਿ ਫਰਜ਼ੀ ਕੰਪਨੀਆਂ ਸੀਗੀਆਂ। ਇੱਕਦਮ ਜਦੋਂ ਉਹਨਾਂ ਰਿਪੋਰਟ ਜਦੋਂ ਸਾਹਮਣੇ ਆ ਗਈ, ਲੋਕਾਂ ਦੇ ਮਤਲਬ ਕਿ ਅੱਖਾਂ ਖੁੱਲ੍ਹੀਆਂ, ਅਤੇ ਲੋਕਾਂ ਨੇ ਸਾਰੇ ਪੈਸੇ ਕੱਢ ਲਏ ਆਪਣੇ। ਜਿਹੜੇ ਤਾਂ ਸ਼ੁਰੂ 'ਚ ਕੱਢ ਗਏ, ਤਾਂ ਉਹ ਇੱਕੋ ਦਮ ਮਤਲਬ ਕਿ ਫਿਰ ਜਦੋਂ ਰੇਟ ਡਿੱਗੇ, ਤਾਂ ਫਿਰ ਇੱਕਦਮ ਐਕਚੁਅਲੀ ਤੁਹਾਡਾ ਉਹ ਬਹੁਤ ਵੱਡਾ ਡਾਊਨਫਾਲ ਜਿਹੜਾ ਉਹ ਆਇਆ ਉਹਦੇ 'ਚ। ਅਤੇ ਉਹ ਫਿਰ ਇਸ ਕਰਕੇ ਸਾਨੂੰ ਫਿਕਰ ਇਸ ਕਰਕੇ ਮਤਲਬ ਕਿ ਹੁੰਦਾ ਹੈਗਾ ਕਿ ਉਹਦੇ ਅਗੇਂਸਟ ਫਿਰ ਬੰਦਾ ਨਾ ਕਹਿੰਦਾ ਕਿ ਮੇਰੀਆਂ ਇੰਨੀਆਂ ਕੰਪਨੀਆਂ ਨੇ, ਇੰਨੇ ਵਧੀਆ ਸ਼ੇਅਰ ਚੱਲ ਰਹੇ ਨੇ, ਅਤੇ ਬੈਂਕਾਂ ਤੋਂ ਬੰਦਾ ਫਿਰ ਲੋਨ ਲੈਂਦਾ ਹੈਗਾ। ਅਤੇ LIC ਦੇ ਵੀ ਪੈਸੇ, ਜਿਵੇਂ ਆਪਾਂ LIC 'ਚ ਲਗਾਉਂਦੇ ਹਾਂ ਪੈਸੇ, ਮੈਂ LIC ਕੁਝ ਖਰੀਦਦਾ, LIC ਖਰੀਦੀ, ਮੈਂ ਤਾਂ 50,000 ਰੁਪਏ ਦੀ ਮੈਂ ਇੱਕ FD ਕਰਾਤੀ LIC ਕੋਲ ਕਹਿ ਲਓ, ਜਾਂ ਮਤਲਬ ਕਿ ਇੱਕ ਉਹਨਾਂ ਦੀ ਪਾਲਿਸੀ ਖਰੀਦ ਲਈ, ਉਹਨੇ ਕਿਹਾ ਕਿ 5 ਸਾਲ ਬਾਅਦ ਇਹ ਤੁਹਾਨੂੰ ਇੰਨੇ ਪੈਸੇ ਮਿਲਣਗੇ, ਜਾਂ ਮਤਲਬ ਕਿ ਜਦੋਂ ਵੀ ਉਸ ਦਾ ਰੇਟ ਹੋਊਗਾ, ਉਹਨਾਂ ਨੇ ਆਪਣੇ ਪੈਸੇ ਵਧਾਉਣ ਦੇ ਵਾਸਤੇ ਅੱਗੋਂ ਪੈਸੇ ਦੇ ਤੇ ਅਡਾਨੀ ਨੂੰ ਵੀ ਤੁਸੀਂ ਮਤਲਬ ਕਿ ਇਹ ਜਦੋਂ ਵਧਣਗੇ ਤਾਂ ਇਹਨਾਂ ਸਾਡੇ LIC ਦੇ ਜਿਹੜੇ ਹੈਗੇ ਨੇ ਬੰਦੇ, ਜਿਹੜੇ ਖਰੀਦਣ ਵਾਲੇ, ਪਰਚੇਜ਼ ਕੀਤਾ ਜਿਹਨਾਂ ਨੇ ਸਾਡਾ, ਉਹਨਾਂ ਦੇ ਪੈਸੇ ਵਧਣਗੇ। ਹੁਣ ਉਹ ਵੀ ਉਹਦੇ ਵਿੱਚ ਬਹੁਤ ਸਾਰਾ ਪੈਸਾ LIC ਦੀ ਜਿੰਨੀ ਵੀ ਪੈਸਾ ਸੀਗਾ, ਤਕਰੀਬਨ ਕਹਿ ਰਿਹਾ 40% ਪੈਸਾ ਉਹਨਾਂ ਨੇ ਅਡਾਨੀ ਨੂੰ ਦਿੱਤਾ ਹੋਇਆ ਸੀਗਾ ਗਰੋਥ ਦੇ ਵਾਸਤੇ। ਹੁਣ ਜੇ ਉਹ ਡੁੱਬਦੇ ਤਾਂ ਸਾਰੇ ਜਿਹਨਾਂ ਨੇ LIC ਖਰੀਦੀ ਸਾਰੇ ਜਾਣਗੇ। ਉਹ ਹੀ ਬੈਂਕਾਂ ਦੀ ਗੱਲ ਹੈ, SBI ਤੋਂ ਵੀ ਉਹਨੇ ਕਾਫੀ ਪੈਸਾ ਮਤਲਬ ਕਿ ਲਿਆ ਹੋਇਆ ਸੀ ਲੋਨ ਦੇ ਉੱਤੇ। ਜੇ ਉਹਨਾਂ ਸਾਰੇ ਡੁੱਬ ਜਾਂਦੇ ਤਾਂ ਲੋਨ ਮਤਲਬ ਕਿ ਉਹਨੇ ਦੇਣ ਜੋਗਾ ਨਹੀਂ ਰਹਿਣਾ, ਜਾਂ ਤਾਂ ਫਿਰ ਉਹਨੂੰ ਸਰਕਾਰ ਬਚਾਊਗੀ, ਫਿਰ ਸਰਕਾਰ ਵੀ ਬਚਾਊਗੀ ਮਤਲਬ ਕਿ ਆਪਣੇ ਪੱਲੋਂ ਦੇਖ ਕੇ, ਤਾਂ ਉਹ ਜਿਹੜਾ SBI 'ਚ ਪੈਸਾ ਪਿਆ ਉਹ ਤਾਂ ਸਾਡਾ ਹੀ ਪਿਆ ਹੈਗਾ। ਤਾਂ ਇਸ ਕਰਕੇ ਹੈਗਾ ਕਿ ਇਹ ਫਿਰ ਡੁੱਬਣ ਦੇ ਕਗਾਰ 'ਤੇ ਹੈਗਾ, ਅਤੇ ਸਾਰੀ ਇਕੋਨਮੀ ਖਰਾਬ ਹੋਣ ਵਾਲੀ ਹੈ। ਜੀ ਦਰਅਸਲ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਦਾ ਵੀ ਇਸ ਵੇਲੇ ਬੜਾ ਬੁਰਾ ਹਾਲ ਹੋਇਆ ਪਿਆ ਆ। ਪਾਕਿਸਤਾਨ ਦੇ ਕੋਲ ਜਿਹੜਾ ਆ ਕੋਈ ਪੈਸਾ ਨਹੀਂ ਹੈਗਾ, ਕਹਿੰਦੇ ਨਾ ਉੱਥੇ ਤੇਲ ਦੇ ਰੇਟ ਬਹੁਤ ਵਧੇ ਆ। ਬਾਹਰੋਂ ਵੀ ਉਹਨਾਂ ਨੇ ਗੱਲਬਾਤ ਜਿਹੜੀ ਅਮਰੀਕਾ ਨਾਲ ਵੀ ਉਹਨਾਂ ਨੇ ਕੀਤੀ ਆ, ਅਤੇ ਉੱਥੋਂ ਵੀ ਕੋਈ ਅਜੇ ਤੱਕ ਉਹਨਾਂ ਨੂੰ ਜੈਸਟ ਜਿਹੜੀ ਆ ਉਹ ਨਹੀਂ ਹੋਈ। ਪਾਕਿਸਤਾਨ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਨਹੀਂ, ਦੇਖੋ ਪਾਕਿਸਤਾਨ ਦੇ ਹਾਲਾਤ ਦੀ ਤਾਂ ਆਪਾਂ ਕਹੀਏ ਤਾਂ ਆਪਾਂ ਜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੀ ਵੰਡ ਹੋਈ ਹੈਗੀ ਹੈ ਨਾ, ਉਹ ਦਰਅਸਲ ਵੰਡ ਹੀ ਸਹੀ ਮਾਇਨਿਆਂ ਦੇ ਵਿੱਚ ਵੱਡੀ ਗਲਤੀ ਸੀਗੀ, ਹੈ ਨਾ। ਉਹ ਕਿਉਂਕਿ ਚਲੋ ਹੁਣ ਉਹਨਾਂ ਨੇ ਆਪਣੇ ਨਾਲੇ ਸਟੇਟ ਰਿਲੀਜਨ ਦੇ ਉੱਤੇ ਬੇਸ ਬਣਾ ਕੇ ਉਹ ਕਰ ਲਿਆ। ਹੁਣ ਅਸੀਂ ਜਿਵੇਂ ਜਿਸ ਤਰ੍ਹਾਂ ਵੀ ਹੈਗਾ, ਹੁਣ ਅਸੀਂ ਡੈਮੋਕ੍ਰੇਸੀ ਨੂੰ ਮਤਲਬ ਕਿ ਪਹਿਲ ਦਿੱਤੀ, ਉਹਨਾਂ ਨੇ ਡੈਮੋਕ੍ਰੇਸੀ ਕਦੇ ਆਈ ਹੋਈ ਨਹੀਂ। ਜਿਹਨੇ ਕਦੇ ਮਾੜੀ ਮੋਟੀ ਕੋਸ਼ਿਸ਼ ਵੀ ਕੀਤੀ ਤਾਂ ਉਹਨੂੰ ਫਿਰ ਪਲਟਾ ਦਿੱਤਾ ਗਿਆ, ਫੌਜੀ ਰਾਜ ਆ ਗਏ। ਆਪਾਂ ਸਾਰੀ ਇਹਨਾਂ ਦੀ ਹਿਸਟਰੀ ਦੇਖੀ ਤਾਂ ਉਹ ਸ਼ੁਰੂ ਤੋਂ ਹੀ ਡਿਸਟਰਬ ਰਿਹਾ ਹੈਗਾ, ਅਤੇ ਇਸ ਕਰਕੇ ਜਦੋਂ ਮਤਲਬ ਕਿ ਡਿਸਟਰਬ ਰਿਹਾ ਹੈਗਾ ਤਾਂ ਸਾਰਾ ਦੇਸ਼ ਡਿਸਟਰਬ ਹੈ, ਅਤੇ ਫਿਰ ਗਰੋਥ ਕਿੱਥੋਂ ਹੋਣੀ ਹੈ? ਫਿਰ ਨਾ ਇੰਡਸਟਰੀ ਹੋਣੀ, ਨਾ ਐਗਰੀਕਲਚਰ ਹੋਵੇ, ਕੁਛ ਵੀ ਨਾ ਹੋਵੇ। ਫਿਰ ਤੁਸੀਂ ਲੋਨ ਲੈ ਕੇ ਮਤਲਬ ਕਿ ਦੇਸ਼ ਨੂੰ ਚਲਾ ਰਹੇ ਸੀਗੇ। ਤਾਂ ਜਿਹੜੀਆਂ ਵੀ ਕੋਈ ਵੀ ਮੰਨ ਲਓ IMF ਹੈਗੀ ਹੈ, ਚਾਹੇ ਵਰਲਡ ਬੈਂਕ ਹੈਗਾ, ਕੋਈ ਵੀ ਹੈਗਾ, ਉਹ ਲੋਨ ਉਦੋਂ ਤੱਕ ਦਿੰਦਾ ਹੈਗਾ ਜਦੋਂ ਤੱਕ ਉਹਨੂੰ ਲੱਗੇ ਵੀ ਇਹ ਪੈਸਾ ਮੇਰੇ ਕੋਲ ਵਾਪਸ ਆ ਜਾਊਗਾ। ਇੱਕ ਸਥਿਤੀ 'ਤੇ ਆ ਕੇ ਫਿਰ ਉਹ ਵੀ ਹੱਥ ਪਿੱਛੇ ਖਿੱਚ ਲੈਂਦਾ ਹੈਗਾ। ਜਾਂ ਮਤਲਬ ਕਿ ਲੋਨ ਦੇਣ ਵਾਲੇ ਦੇ ਜਿਵੇਂ ਸ਼ਾਹੂਕਾਰ ਹੁੰਦੇ ਆ, ਆਪਾਂ ਨੂੰ ਉੱਥੋਂ ਦੀ ਆਪਾਂ ਦੇਖੀਏ ਤਾਂ ਉਹਨੇ ਕਿ ਇਹਨੂੰ ਦੇਈ ਜੋ ਕੋਈ ਗੱਲ ਨਹੀਂ, ਆਪਾਂ ਫਿਰ ਇਹਦੇ ਕੋਲੋਂ ਇਹਦੀ ਜ਼ਮੀਨ ਲੈ ਲਾਂਗੇ, ਕੋਈ ਨਾ ਕੋਈ ਗਰੰਟੀ ਰੱਖੂਗਾ ਹੀ ਇਹ। ਤਾਂ ਉਸ ਕਰਕੇ ਹੁਣ ਉਹ ਹਾਲਾਤ ਬਣ ਜਾਂਦੇ ਹੈਗੇ ਨੇ। ਫਿਰ ਬੰਦਾ ਸੋਚਦਾ ਕਿ ਵੀ ਹੁਣ ਦੇਸ਼ ਦੀ ਗੱਲ ਹੈਗੀ, ਉਹਨੂੰ ਪਤਾ ਕੋਈ ਇਹ ਕਹੂਗਾ ਕਿ ਮੈਂ ਤੇਰਾ ਪਾਕਿਸਤਾਨ ਸਾਨੂੰ ਦੇ ਦੇ ਵਰਲਡ ਬੈਂਕ। ਉਹ ਤਾਂ ਮਤਲਬ ਕਿ ਸਵਾਲ ਹੈਗਾ ਕਿ ਵਰਲਡ ਬੈਂਕ ਚਲਾਉਂਦਾ ਕੌਣ ਹੈ? ਅਮਰੀਕਾ ਵਗੈਰਾ। ਤਾਂ ਹੀ ਆਪਾਂ ਦੇਖਿਆ ਤਾਂ ਅਮਰੀਕਾ ਹੈ, ਚੀਨ ਹੈ, ਜਿਹੜੇ ਇਹਨਾਂ ਦੀ ਇੰਟਰਫੀਰੈਂਸ ਹੁੰਦੀ ਹੈਗੀ ਹੈ, ਤਾਂ ਉਹ ਸਾਰਾ ਡਿਸਟਰਬ ਰਹਿੰਦਾ ਹੈਗਾ।
ਤੇ ਇਸ ਕਰਕੇ ਉਹ ਕਈ ਵਾਰ ਵੱਡੇ ਦੇਸ਼ ਜਿਹੜੇ ਛੋਟੇ ਦੇਸ਼ ਨੂੰ ਫਿਰ ਵਰਤਦੇ ਵੀ ਆ ਕਿਸੇ ਦੇ ਖਿਲਾਫ ਵੀ। ਉਹੀ ਮੈਂ ਕਹਿੰਦਾ ਵੀ ਉੱਥੇ ਤਾਂ ਹੈ ਨਹੀਂ ਵੀ ਮੈਨੂੰ ਪਾਕਿਸਤਾਨ ਮੈਨੂੰ ਦੇ ਦੇ, ਪਰ ਪਾਕਿਸਤਾਨ ਦੇਣ ਵਾਲੀ ਗੱਲ ਨਹੀਂ ਵੀ ਜ਼ਮੀਨ ਵਾਲੀ ਗੱਲ, ਆਪਾਂ ਜਿਵੇਂ ਸ਼ਾਹੂਕਾਰ ਦੀ ਗੱਲ ਹੈਗੀ ਹੈ, ਉਹ ਫਿਰ ਉਹਨਾਂ ਨੂੰ ਵਰਤਦੇ ਆ। ਸਾਡੇ ਅਗੇਂਸਟ ਵਰਤ ਸਕਦੇ ਹੈਗੇ ਨੇ, ਕਿਸੇ ਹੋਰ ਕੰਮ ਵਾਸਤੇ ਵਰਤ ਸਕਦੇ ਨੇ। ਤਾਂ ਕਹਿਣ ਦਾ ਮਤਲਬ ਹੈ ਉਹ ਇਸ ਕਰਕੇ ਸ਼ੁਰੂ ਤੋਂ ਹੀ ਉਹ ਉਸ ਤਰ੍ਹਾਂ ਦੀ ਸਟੇਟ ਰਹੀ ਹੈਗੀ ਹੈ। ਅਤੇ ਉਹ ਕਿਉਂਕਿ ਉਹਦੇ ਵਿੱਚ ਕਹਿ ਲਓ ਕਿ ਜਿਹੜਾ ਰਿਲੀਜਨ ਬੇਸ ਸੀਗਾ, ਉਹਦੇ 'ਚ ਉਹ ਫੰਡਾਮੈਂਟਲਿਜ਼ਮ ਵੀ ਹੈਗਾ, ਅਤੇ ਇਸ ਕਰਕੇ ਉਹ ਜਨੂਨੀ ਵੀ ਹੈਗੇ ਨੇ। ਅਤੇ ਉਹਦੇ ਕਰਕੇ ਮੁੱਲਿਆਂ ਦਾ ਮਤਲਬ ਕਿ ਕਦੇ ਹੋ ਜਾਂਦਾ, ਕਦੇ ਫੌਜ ਦਾ ਮਤਲਬ ਕਿ ਹਾਵੀ ਹੋ ਜਾਂਦਾ ਹੈਗਾ। ਕਿਉਂਕਿ ਇੱਕ ਵਾਰੀ ਜਿਹਦੇ ਹੱਥ ਵਿੱਚ ਪਾਵਰ ਆ ਜੇ, ਮੁੱਲਿਆਂ ਦੇ ਹੱਥ ਵਿੱਚ ਪਾਵਰ ਹੈਗੀ ਆ, ਉਹ ਨਹੀਂ ਛੱਡਣਾ ਚਾਹੁੰਦੇ, ਡੈਮੋਕ੍ਰੇਸੀ ਵੱਲ ਵਾਪਸ ਮਤਲਬ ਕੋਈ ਵੀ ਨਹੀਂ ਜਾਣਾ ਚਾਹੁੰਦਾ। ਇਮਰਾਨ ਖਾਨ ਨੇ ਥੋੜ੍ਹੀ ਬਹੁਤੀ ਕੋਸ਼ਿਸ਼ ਕੀਤੀ ਹੈ, ਪਰ ਉਹਨੂੰ ਵੀ ਤੁਸੀਂ ਦੇਖ ਲਿਓ ਆਪਾਂ ਕੀ ਹਾਲ ਹੈਗਾ। ਜੀ ਡਾਕਟਰ ਸਾਹਿਬ, ਥੋੜ੍ਹੀ ਜਿਹੀ ਗੱਲ ਆਪਾਂ ਕਰ ਲਈਏ ਕੈਂਸਰ ਡੇਜ਼ ਜਿਹੜਾ ਲੰਘ ਕੇ ਗਿਆ ਆ, ਉਹਦੇ ਉੱਤੇ ਵੀ ਕਰ ਲਈਏ ਥੋੜ੍ਹੀ ਜਿਹੀ ਗੱਲ। ਇਸ ਦੇ ਉੱਤੇ ਜਿਹੜੀ ਰਿਪੋਰਟ ਆਈ ਆ, ਉਹ ਰਿਪੋਰਟ ਕੀ ਹੈਗੀ ਆ ਕੈਂਸਰ 'ਤੇ? ਨਹੀਂ ਦੇਖੋ ਵੀ, ਜਿਸ ਤੋਂ ਕੈਂਸਰ ਡੇ ਦੀ ਗੱਲ ਹੈ, ਅੱਜ ਕੱਲ੍ਹ ਤੁਸੀਂ ਦੇਖ ਲਓ ਵੀ ਲਗਭਗ ਜਿਹੜੀਆਂ ਸਾਰੀਆਂ ਹੀ ਜਿਹੜੀਆਂ ਮਹੱਤਵਪੂਰਨ ਬਿਮਾਰੀਆਂ ਨੇ, ਜਿਹਦੇ ਤੋਂ ਲੋਕ ਬਹੁਤ ਜ਼ਿਆਦਾ ਮਤਲਬ ਕਿ ਭਾਵੇਂ ਹਾਰਟ ਡੇ ਵੀ ਆਉਂਦਾ ਹੈਗਾ, ਹੈ ਨਾ, ਡਾਇਬਟੀਜ਼ ਡੇ ਵੀ ਆਉਂਦਾ ਹੈਗਾ, ਐਵੇਂ ਕੈਂਸਰ ਡੇ ਦੀ ਗੱਲ ਵੀ ਹੈਗੀ ਹੈ। ਹੁਣ ਕੈਂਸਰ ਇੱਕ ਇਹੋ ਜਿਹੀ ਬਿਮਾਰੀ ਹੈਗੀ ਹੈ ਜਿਹਦੇ ਵਿੱਚ ਆਪਾਂ ਨਾਮ ਸੁਣਦੇ ਹਰੇਕ ਬੰਦਾ ਡਰ ਜਾਂਦਾ ਹੈਗਾ, ਪਰ ਇਹ ਹੁਣ ਕਾਫੀ ਪਿਛਲੇ ਸਮੇਂ ਤੋਂ ਕਾਫੀ ਜਿਹੜੀ ਹੈਗੀ ਤਾਂ ਇਹਨਾਂ ਨੰਬਰ ਵੱਧ ਰਿਹਾ ਹੈਗਾ ਕੈਂਸਰ ਦੇ ਕੇ। ਅਤੇ ਆਪਾਂ ਮਤਲਬ ਜਦੋਂ ਇਹਨੂੰ ਰੂਟ ਲੱਭਣ ਦੀ ਗੱਲ ਕਰਦੇ ਹੈਗੇ ਆ, ਤਾਂ ਇਹ ਜਿਹੜੀ ਰਿਪੋਰਟ ਆਈ ਹੈਗੀ ਉਹਦੇ ਵਿੱਚ ਉਹਨਾਂ ਨੇ ਮਤਲਬ ਕਿ ਸਭ ਤੋਂ ਉੱਪਰ ਮਤਲਬ ਕਿ ਰੱਖਿਆ ਹੈਗਾ ਮੋਟਾਪਾ। ਜਿਹੜਾ ਮੋਟਾਪਾ ਹੈਗਾ ਨਾ ਵੀ ਉਹ ਮਤਲਬ ਕਿ ਜਿਹੜਾ ਹੈਗਾ ਉਹ ਕੈਂਸਰ ਦੀ ਸ਼ੁਰੂਆਤ ਹੈ। ਜਦੋਂ ਮੋਟਾਪਾ ਹੈਗਾ ਅਤੇ ਮਤਲਬ ਕਿ ਕਹਿੰਦਾ ਮਤਲਬ ਉਹ ਸਮਝੋ ਉਹਨੂੰ ਕਿਸੇ ਨਾ ਕਿਸੇ ਵਕਤ ਕੈਂਸਰ ਹੋ ਸਕਦਾ ਹੈਗਾ। ਉਹਦੇ ਵਿੱਚ ਕੈਂਸਰ ਜਿਹੜਾ ਹੈਗਾ ਮਤਲਬ ਕਿ ਆਪਣੇ ਔਰਤਾਂ ਦੇ ਵਿੱਚ ਛਾਤੀ ਦਾ ਕੈਂਸਰ ਹੈਗਾ, ਜਿਹੜੀ ਮਤਲਬ ਕਿ ਜਿਹੜੀ ਬੱਚੇਦਾਨੀ ਦਾ ਕੈਂਸਰ ਹੈਗਾ, ਅਤੇ ਖਾਸ ਤੌਰ 'ਤੇ ਜਿਹੜੀ ਆਂਤੜੀਆਂ ਦਾ ਕੈਂਸਰ ਹੈਗਾ ਉਹ ਹੈਗਾ, ਮਤਲਬ ਕਿ ਜਿਹੜੀ ਹੈਗਾ ਪਿੱਤੇ ਦਾ ਕੈਂਸਰ ਹੈਗਾ। ਇਹ ਸਾਰੇ ਇਹਦੇ ਨਾਲ ਮੋਟਾਪੇ ਨਾਲ ਮਤਲਬ ਕਿ ਜੁੜੇ ਹੋਏ ਕੈਂਸਰ ਹੈਗੇ ਨੇ। ਤਾਂ ਕਿਉਂਕਿ ਆਪਾਂ ਜੇ ਕਹੀਏ, ਮੈਂ ਚਲੋ ਐਜ ਏ ਡਾਕਟਰ ਦੇ ਤੌਰ 'ਤੇ ਜੇ ਅਸੀਂ ਪੜ੍ਹਦੇ ਰਹੇ ਹੈਗੇ ਕੈਂਸਰ ਨੂੰ ਲੈ ਕੇ, ਦਰਅਸਲ ਕੈਂਸਰ ਮਤਲਬ ਕਿ ਹੈਗਾ ਕਿ ਜਦੋਂ ਮਤਲਬ ਕਿ ਕੋਈ ਤੁਸੀਂ ਚੀਜ਼ ਆਪਣੇ ਸਰੀਰ ਦੇ ਵਿੱਚ ਲੈ ਕੇ ਜਾਂਦੇ ਹੈਗੇ ਹੋ, ਇਹੋ ਜਿਹੀ ਲੈ ਕੇ ਜਾਂਦੇ ਹੈਗੇ ਹੋ ਜਿਹੜੀ ਮਤਲਬ ਕਿ ਸਰੀਰ ਨੂੰ ਲੋੜ ਨਹੀਂ ਹੈਗੀ। ਅਤੇ ਜਦੋਂ ਉਹ ਲੋੜ ਨਹੀਂ ਹੈਗੀ ਤਾਂ ਤੁਸੀਂ ਸਰੀਰ ਨੂੰ ਲੈ ਜਾਂਦੇ ਹੋ, ਤਾਂ ਸਾਡੇ ਸਰੀਰ ਦੇ ਸੈੱਲ ਜਿਹੜੇ ਨੇ ਉਹ ਇੰਨੇ ਮਤਲਬ ਕਿ ਸਮਝਦਾਰ ਹੈਗੇ ਨੇ ਵੀ ਉਹ ਕਹਿੰਦੇ ਨੇ ਵੀ ਉਹਨੂੰ ਅਸੈਪਟ ਨਹੀਂ ਕਰਦੇ। ਜਿਵੇਂ ਆਪਾਂ ਕਹੀਏ ਵੀ ਸਾਨੂੰ ਕੋਈ ਬੰਦਾ ਪਸੰਦ ਨਹੀਂ ਅਤੇ ਸਾਡੇ ਕੋਲ ਆਵੇ ਰਹੇ, ਤਾਂ ਫਿਰ ਅਸੀਂ ਮਤਲਬ ਖਿਜੇ ਜੇ ਰਹਿੰਦੇ ਹਾਂ। ਆਪਾਂ ਕਿਸੇ ਦਫ਼ਤਰ 'ਚ ਕੰਮ ਕਰੀਏ ਤਾਂ ਉਹ ਫਿਰ ਨਾ ਉਹ ਜਿਹੜੇ ਨੇ ਮਤਲਬ ਕਿ ਸਾਡੇ ਸਰੀਰ ਦੇ ਜਿੱਥੇ ਉਹ ਜਾ ਕੇ ਰਹਿਣ ਲੱਗ ਪੈਂਦਾ ਹੈਗਾ, ਉਹ ਫਿਰ ਉਹ ਕਹਿੰਦਾ ਮਤਲਬ ਵੀ ਇੱਕ ਉਹ ਖਿਜ ਹੈਗੀ ਹੈ। ਖਿਜ ਹੋ ਕੇ ਫਿਰ ਉਹ ਫਿਰ ਨਾ ਜਿਹੜਾ ਆਪਣੇ ਸਰੀਰ ਦਾ ਨਿਯਮ ਨਹੀਂ ਮੰਨਦਾ। ਕੈਂਸਰ ਹੈਗਾ ਉਹ ਸਰੀਰ ਦਾ ਨਿਯਮ ਨਹੀਂ ਮੰਨਦਾ। ਇੱਕ ਤੋਂ ਮਤਲਬ ਕਿ ਆਪਾਂ ਸੈੱਲ ਜਿਹੜੇ ਨੇ ਉਹ ਬਣਦੇ ਰਹਿੰਦੇ ਨੇ, ਮਤਲਬ ਕਿ ਅਤੇ ਉਹ ਆਪਣੇ ਆਪ ਨਵੇਂ ਰਿਪੇਅਰ ਵੀ ਹੁੰਦੇ ਰਹਿੰਦੇ ਨੇ। ਫਿਰ ਇਹ ਜਿਹੜਾ ਹੈਗਾ ਨਾ ਗਰੋਥ ਹੋ ਜਾਂਦੀ ਹੈ, ਮਤਲਬ ਕਿ ਇੰਨੇ ਜ਼ਿਆਦਾ ਵੱਧ ਜਾਂਦੇ ਨੇ, ਉਹ ਫਿਰ ਨਿਯਮਾਂ ਦੇ ਹਿਸਾਬ ਨਾਲ ਨਹੀਂ ਬਣਦੇ। ਫਿਰ ਇੱਕ ਗਿਲਟੀ ਤੋਂ ਇੱਕੋਦਮ ਜਿਹੜੀ ਗਿਲਟੀ ਮੰਨ ਲਓ ਹੈਗੀ ਹੈ ਵੀ ਆਪਾਂ ਕਹਿੰਦੇ ਵੀ ਹੌਲੀ ਹੌਲੀ ਵੱਧਦੀ ਹੈ। ਇਹ ਗਿਲਟੀ ਜਿਹੜੀ ਹੈਗੀ ਹੈ ਅੱਜ ਤੁਸੀਂ ਦੇਖੀ ਤਾਂ ਮਤਲਬ ਕਿ ਪੈਨ ਦੀ ਨੋਕ ਜਿੰਨੀ ਸੀਗੀ, ਅਤੇ ਕੱਲ੍ਹ ਨੂੰ ਤੁਸੀਂ ਦੇਖ ਲਿਆ ਕਿ ਉਹ ਮਤਲਬ ਕਿ ਨਿੰਬੂ ਜਿੰਨੀ ਹੋ ਗਈ, ਅਗਲੇ ਦਿਨ ਉਹ ਸੰਤਰੇ ਜਿੰਨੀ ਹੋ ਗਈ। ਫਿਰ ਇਸ ਤਰੀਕੇ ਨਾਲ ਉਹ ਮਤਲਬ ਕਿ ਵਧੀਆਂ ਨੇ। ਤਾਂ ਮੋਟਾਪਾ ਇੱਕ ਉਹਦੇ ਵਿੱਚ ਦੱਸਿਆ ਕਾਰਨ। ਇਹ ਸਾਨੂੰ ਮਤਲਬ ਕਿ ਪੰਜਾਬ ਵਾਸਤੇ ਮੈਂ ਖਾਸ ਤੌਰ 'ਤੇ ਕਹਾਂ ਤਾਂ ਫਿਕਰ ਦੀ ਗੱਲ ਹੈਗੀ, ਪੰਜਾਬ ਵਿੱਚ ਮੋਟਾਪੇ ਦੀ ਦਰ ਬਹੁਤ ਜ਼ਿਆਦਾ ਹੈਗੀ ਹੈ। ਜੀ ਜੇ ਆਪਾਂ ਕਹੀਏ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਸਾਡਾ ਹਿੱਸਾ ਹੀ ਹੈਗਾ, ਅਤੇ ਮਤਲਬ ਕਿ 44% ਲੋਕਾਂ ਦੇ ਵਿੱਚ ਮੋਟਾਪਾ ਹੈਗਾ। ਪੰਜਾਬ ਵਿੱਚ 40% ਲੋਕਾਂ 'ਚ ਮੋਟਾਪਾ ਹੈਗਾ। ਅੱਛਾ ਜੀ। ਹਾਂਜੀ ਹਾਂ। ਅਤੇ ਮੋਟਾਪਾ ਜਿਹੜਾ ਆਪਾਂ ਸਿੰਪਲ ਜੇ ਆਪਾਂ ਕਹੀਏ ਵੀ ਆਪਾਂ ਉਹਨਾਂ ਨੇ ਕੀ ਪਤਾ ਲਾਇਆ, ਵੈਸੇ ਤਾਂ ਇਹ ਗੱਲ ਹੈਗੀ ਬਈ ਜਿੰਨਾ ਤੁਹਾਡਾ ਹਾਈਟ ਹੈਗੀ ਹੈ ਨਾ ਇੰਚਾਂ ਦੇ ਵਿੱਚ, ਜੇ ਮੰਨ ਲਓ ਤੁਸੀਂ ਮਤਲਬ ਕਿ 60 ਇੰਚ ਦੇ ਹੈਗੇ ਹੋ, 5 ਫੁੱਟ ਦੇ ਹੈਗੇ ਹੋ, 12×5 60 ਹੈ ਨਾ, 60 ਇੰਚਾਂ ਦੇ ਤੁਸੀਂ ਹੈਗੇ ਹੋ, ਤਾਂ ਤੁਹਾਡਾ ਭਾਰ 60 ਕਿਲੋ ਹੋਣਾ ਚਾਹੀਦਾ ਜੀ। ਜੇ ਵੀ ਜੇ ਤੁਸੀਂ ਵੱਧ ਜਾਂਦੇ ਹੋ ਤਾਂ ਦੂਜੇ ਪਾਸੇ ਇੱਕ ਹੋਰ ਤਰੀਕਾ ਹੈਗਾ BMI, ਬੋਡੀ ਮਾਸ ਇੰਡੈਕਸ। ਇਹ ਪਤਾ ਕਰਨਾ ਚਾਹੀਦਾ ਹੈਗਾ ਆਪਣਾ। ਤੁਸੀਂ ਲਿਖ ਕੇ ਆਪਣੀ ਹਾਈਟ ਲਿਖ ਕੇ, ਆਪਣੀ ਉਮਰ ਲਿਖ ਕੇ, ਵੇਟ ਲਿਖ ਕੇ ਤੁਸੀਂ ਆਪਣੀ ਉਹਦੇ ਵਿੱਚੋਂ ਕੱਢ ਸਕਦੇ ਹੋ ਵੀ ਤੁਹਾਡਾ ਉਹ 25 ਤੋਂ ਵੱਧ ਨਹੀਂ ਹੋਣਾ ਚਾਹੀਦਾ ਜੀ। ਬਿਹਤਰ ਤਾਂ ਹੈਗਾ ਕਿ 25 ਤੋਂ ਮਤਲਬ ਘੱਟ ਰਹੇ, 22 ਕੋ ਰਹੇ, ਅਤੇ 25 ਤੋਂ ਵੱਧ ਗਿਆ ਤਾਂ ਸਮਝੋ ਤੁਸੀਂ ਮੋਟਾਪੇ ਵਾਲੇ ਪਾਸੇ ਚਲੇ ਗਏ। ਜਦੋਂ ਮੋਟਾਪੇ ਵਾਲੇ ਪਾਸੇ ਚਲੇ ਗਏ ਤਾਂ ਸਮਝੋ ਕਿ ਤੁਹਾਨੂੰ ਇਹ ਸਾਰੀ ਆ। ਉਹ ਤਾਂ ਮੋਟਾਪੇ ਦਾ ਸ਼ੂਗਰ ਨਾਲ ਵੀ ਕੰਸਰਨ ਹੈਗਾ, ਮੋਟਾਪੇ ਦਾ ਮਤਲਬ ਕਿ ਦਿਲ ਦੀ ਬਿਮਾਰੀ ਨਾਲ ਵੀ ਕੰਸਰਨ ਹੈਗਾ। ਪਰ ਇਸ ਰਿਪੋਰਟ ਦੇ ਵਿੱਚ ਮਤਲਬ ਕਿ ਉਹਨਾਂ ਨੇ ਇਹ ਕਿਹਾ ਹੈਗਾ ਵੀ ਜਿਹੜਾ ਇਹ ਕੈਂਸਰ ਦੇ ਨਾਲ ਮਤਲਬ ਕਿ ਇੱਦਾਂ ਸਿੱਧਾ ਸੰਬੰਧ, ਤੁਸੀਂ ਸਮਝੋ ਕਿ ਇਹ ਸ਼ੁਰੂਆਤ ਹੈਗੀ ਹੈ। ਜੀ 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 ਡਾਕਟਰ ਸਾਹਿਬ, ਪੰਜਾਬ ਦੀ ਗੱਲ ਕਰੀਏ, ਜਿਵੇਂ ਤੁਸੀਂ ਪਹਿਲਾਂ ਵੀ ਦੱਸ ਰਹੇ ਸੀਗੇ ਕਿ 40% ਇੱਥੇ ਜਿਹੜਾ ਆ ਉਹ ਹੈਗਾ ਆ, ਪਰ
ਪੰਜਾਬ ਨੂੰ ਕਿਸੇ ਵੇਲੇ ਜਿਹੜਾ ਹੈ ਉਹ ਤੰਦਰੁਸਤ ਲੋਕਾਂ ਦੀ ਧਰਤੀ ਵੀ ਕਿਹਾ ਜਾਂਦਾ ਸੀ, ਜਾਂ ਪਹਿਲਵਾਨ ਜਿਹੜੇ ਬੜੇ ਇੱਥੋਂ, ਪਰ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਇੱਥੇ ਵੀ ਜਿਹੜਾ ਆ ਉਹ ਮਾਲਵੇ ਵਾਲੇ ਪਾਸੇ ਚਲੇ ਜਾਈਏ ਤਾਂ ਪਾਣੀ ਤੋਂ ਵੀ ਕੈਂਸਰ ਹੋ ਰਿਹਾ ਵਾ। ਇਸ ਤਰੀਕੇ ਨਾਲ ਬਹੁਤ ਸਾਰੀਆਂ ਜਿਹੜੀਆਂ ਵਾ ਉਹ ਬਿਮਾਰੀਆਂ ਹੋਰ ਵੀ ਜਿਹੜੀਆਂ ਆ ਉਹ ਪਨਪ ਰਹੀਆਂ ਨੇ। ਅਤੇ ਇਹ ਕਿਵੇਂ ਚੱਲੇਗਾ? ਜਿਹੜਾ ਪਾਣੀ ਤੇ ਪੀਣ ਦੀ ਲੋੜ ਹੈਗੀ ਆ ਉਹ ਤਾਂ ਕੋਈ ਛੱਡ ਨਹੀਂ ਸਕਦਾ, ਤੇ ਕਿਵੇਂ ਜਿਹੜਾ ਆ ਉਹ ਬਚਿਆ ਜਾ ਸਕਦਾ ਇਸ ਚੀਜ਼ ਤੋਂ? ਮੈਂ ਦੱਸਿਆ ਵੀ ਜੇ ਆਪਾਂ ਕੈਂਸਰ ਦੀ ਗੱਲ ਕੀਤੀ ਸੀ, ਮੈਂ ਕਿਹਾ ਵੀ ਜਿਹੜਾ ਵੀ ਕੋਈ ਵੀ ਚੀਜ਼ ਜਿਹੜੀ ਸਾਡੇ ਸਰੀਰ 'ਚ ਜਾਂਦੀ ਹੈਗੀ, ਜਿਹੜੀ ਕਿ ਸਾਡੀ ਬੋਡੀ ਦੇ ਵਾਸਤੇ ਬਿਲਕੁਲ ਨਵੀਂ ਹੈਗੀ, ਸਾਡਾ ਸਰੀਰ ਉਹਨੂੰ ਪਛਾਣਦਾ ਨਹੀਂ, ਜਾਂ ਉਹ ਫਿਰ ਉਹਨੂੰ ਇਰੀਟੇਟ ਕਰਦੀ ਹੈ ਵੀ ਇਹ ਕਿੱਥੋਂ ਆ ਗਈ। ਪਾਣੀ ਦੇ ਵਿੱਚ ਮਤਲਬ ਕਿ ਨਾ ਜਿਹੜਾ ਹੈਗਾ ਨਾ, ਪਾਣੀ ਦੇ ਵਿੱਚ ਜੇ ਤਾਂ ਕਈ ਜਿਹੜਾ ਕੁਦਰਤ ਦਾ ਪਾਣੀ ਹੈਗਾ ਹੈ ਨਾ, ਕੁਦਰਤ ਨੇ ਤਾਂ ਸਾਨੂੰ ਜੋ ਕੁਝ ਦਿੱਤਾ ਉਹ ਸਾਡੇ ਵਾਸਤੇ ਹੀ ਹੈਗਾ, ਪਰ ਜਿਹੜੀ ਪੈਸਟੀਸਾਈਡ ਨੇ ਸਾਡੇ, ਜਿਹੜੀਆਂ ਹੋਰ ਮਤਲਬ ਕਿ ਜਿਹੜੀਆਂ ਖਾਦ ਦੇ ਵਿੱਚ ਕੈਮੀਕਲ ਨੇ, ਜਦੋਂ ਉਹ ਸਾਡੇ ਮਤਲਬ ਕਿ ਉਹਦੇ 'ਚ ਜਾ ਰਹੀਆਂ ਨੇ ਪਾਣੀ ਦੇ ਵਿੱਚ, ਮਤਲਬ ਕਿ ਖੇਤਾਂ 'ਚ ਲੱਗ ਰਹੀਆਂ ਨੇ, ਤਾਂ ਉਹ ਜਿਹੜਾ ਪਾਣੀ ਧਰਤੀ ਦਾ ਪਾਣੀ ਹੈ ਉਹ ਥੱਲੇ ਵੀ ਜਾਂਦੀ ਹੈਗੀਆਂ ਨੇ, ਜਾਂ ਸਾਡਾ ਨਹਿਰਾਂ ਦਾ ਪਾਣੀ ਵੀ ਹੈਗਾ ਉਹਦੇ ਵਿੱਚ ਮਿਕਸ ਹੋ ਜਾਂਦੀਆਂ ਨੇ, ਉਹ ਫਿਰ ਹੌਲੀ ਸਾਡੇ ਸਰੀਰ ਦੇ ਵਿੱਚ ਮਤਲਬ ਕਿ ਆ ਜਾਂਦੀਆਂ ਨੇ। ਤਾਂ ਇਸ ਕਰਕੇ ਕੈਂਸਰ ਦਾ ਰੇਟ ਜਿਹੜਾ ਹੈਗਾ, ਇਹ ਜਦੋਂ ਪੰਜਾਬ ਦਾ ਸਰਵੇ ਹੋਇਆ ਸੀਗਾ, ਪੰਜਾਬ ਵਿੱਚ ਉਹ ਬੈਲਟ ਹੀ ਹੈਗੀ ਮਾਲਵੇ ਵਾਲੀ, ਜਿਹਨੂੰ ਆਪਾਂ ਮਤਲਬ ਕਿ ਕੈਂਸਰ ਨਾਲ ਪੀੜਤ ਬੈਲਟ ਕਹਿੰਦੇ ਆ। ਹਿਸਾਬ ਲਗਾਓ ਵੀ ਉੱਥੇ ਮਸ਼ਹੂਰ ਮਤਲਬ ਕਿ ਇੱਕ ਮਤਲਬ ਕਿ ਬਠਿੰਡੇ ਤੋਂ ਇੱਕ ਟ੍ਰੇਨ ਜਾਂਦੀ ਦਾ ਨਾਮ ਕੈਂਸਰ ਟ੍ਰੇਨ, ਕੈਂਸਰ ਟ੍ਰੇਨ, ਕਿਉਂਕਿ ਉਹ ਬੀਕਾਨੇਰ ਜਾਂਦੀ, ਕਿਉਂਕਿ ਉੱਥੇ ਇਲਾਜ ਸਸਤਾ ਹੈਗਾ। ਅਤੇ ਉਹ ਤਾਂ ਠੀਕ ਹੈ ਕਿ ਬਾਅਦ ਵਿੱਚ ਅਸੀਂ ਵੀ ਫਿਰ ਕੈਂਸਰ ਦਾ ਉੱਤੇ ਮਤਲਬ ਕਿ ਕੰਮ ਕੀਤਾ ਹੈਗਾ, ਸਰਕਾਰਾਂ ਨੇ ਵੀ ਹੈਲਪ ਕੀਤੀ ਵੀ ਕੈਂਸਰ ਦੇ ਮਰੀਜ਼ਾਂ ਦੇ ਵਾਸਤੇ। ਪਰ ਇਹ ਤੋਂ ਬਾਅਦ ਦੀ ਗੱਲ ਹੈ ਨਾ, ਅਸੀਂ ਮਤਲਬ ਕਿ ਪਹਿਲਾਂ ਬਿਮਾਰੀ ਹੋਣ ਦਿੱਤੀ, ਫਿਰ ਬਿਮਾਰੀ ਦੇ ਵਾਸਤੇ ਅਸੀਂ ਥੋੜ੍ਹੀ ਸਹੂਲਤਾਂ ਦਿੱਤੀ। ਇਹ ਕਹਿਣ ਤੋਂ ਭਾਵ ਡਾਕਟਰ ਸਾਹਿਬ ਕਿ ਜਿਹੜਾ ਆਪਣੇ ਖਾਦਾਂ ਪੈ ਰਹੀਆਂ ਨੇ, ਸਬਜ਼ੀਆਂ ਨੂੰ ਸਪਰੇਅ ਹੋ ਰਹੀ ਆ, ਸਾਰਾ ਕੁਛ ਇਸ ਤੋਂ ਪਨਪ ਰਿਹਾ ਹੈ। ਹਾਂਜੀ ਬਿਲਕੁਲ, ਮੈਂ ਸਮਝ ਜਿਹੜਾ ਵੀ ਕੋਈ ਚੀਜ਼ ਨਵੀਂ, ਮੈਂ ਤਾਂ ਇੱਥੋਂ ਤੱਕ ਕਹਿੰਦਾ ਵੀ ਜਿਹੜੇ ਸਾਡੇ ਖਾਣੇ ਨੇ, ਜਿਹੜੇ ਅਸੀਂ ਡੱਬਾ ਬੰਦ ਖਾਣੇ ਨੇ ਜਾਂ ਸਾਡੇ ਪੈਕਟਾਂ ਦੇ ਵਿੱਚ ਮਤਲਬ ਖਾਣੇ ਨੇ, ਤੁਸੀਂ ਦੇਖੋ ਵੀ ਉਹ ਆਪਾਂ ਮਤਲਬ ਕੋਈ ਵੀ ਚੀਜ਼ ਬਣਾਤੀ ਹੈਗੀ, ਆਪਾਂ ਸਵੇਰੇ ਮਤਲਬ ਕਿ ਬਣਾਉਂਦੇ ਹੈਗੇ ਅਤੇ ਵੱਧ ਤੋਂ ਵੱਧ ਚਾਹੁੰਦੇ ਵੀ ਰਾਤ ਨੂੰ ਖਾ ਲਈਏ। ਸਾਡੇ ਤਾਂ ਬਾਸੀ ਖਾਣਾ ਮਤਲਬ ਕਿ ਬੜਾ ਹੀ ਮਾੜਾ ਸਮਝਦਾ ਬਾਸੀ ਹੈਗਾ ਨਾ, ਅਗਲੇ ਦਿਨ ਤਾਂ ਕੋਈ ਲਗਭਗ ਸਮਝਦਾ ਖਾਂਦਾ ਹੀ ਕੋਈ ਨਹੀਂ ਸੀਗਾ। ਹੁਣ ਅਸੀਂ 6-6 ਮਹੀਨੇ ਮਤਲਬ ਕਿ ਪੁਰਾਣਾ ਉਹ ਲਿਖਿਆ ਹੁੰਦਾ ਨਾ, ਬੈਸਟ ਬਿਫੋਰ 6 ਮੰਥ, ਹੈ ਨਾ, ਅਸੀਂ ਉਹਨੂੰ ਬੈਸਟ ਰੱਖਣ ਦੇ ਵਾਸਤੇ ਕੁਛ ਨਾ ਕੁਛ ਉਹਦੇ 'ਚ ਪਾਇਆ ਹੈਗਾ। ਕੀ ਪਾਇਆ ਹੈਗਾ ਉਹ ਨਾ, ਉਹ ਕਈ ਵਾਰੀ ਕੰਪਨੀਆਂ ਦੱਸਦੀਆਂ ਨੇ, ਕਈ ਵਾਰ ਨਹੀਂ ਵੀ ਦੱਸਦੀਆਂ। ਦੂਜਾ ਉਹਨੂੰ ਟੇਸਟ ਬਣਾਉਣ ਦੀ ਵਾਸਤੇ, ਟੇਸਟੀ ਬਣਾਉਣ ਵਾਸਤੇ ਕਈ ਉਹਨੂੰ ਪ੍ਰਜ਼ਰਵੇਟਿਵ ਪਾਇਆ ਹੁੰਦਾ, ਪ੍ਰਜ਼ਰਵੇਟਿਵ ਹੈਗਾ, ਕਲਰ ਰੰਗ ਪਾਇਆ ਹੁੰਦਾ ਹੈਗਾ, ਤਾਂ ਉਹ ਕਈ ਕੁਛ ਮਤਲਬ ਕਿ ਚੀਜ਼ਾਂ ਉਹਦੇ 'ਚ ਪਾਈਆਂ ਹੁੰਦੀਆਂ ਨੇ। ਤਾਂ ਇਹ ਸਾਰੇ ਜਿਹੜੇ ਕੈਮੀਕਲ ਨੇ, ਅੱਜ ਕੱਲ੍ਹ ਤੇ ਡਾਕਟਰ ਸਾਹਿਬ ਉਹਦੇ ਉੱਤੇ ਲਿਖਿਆ ਹੁੰਦਾ ਵਾ ਕਿ 24 ਮਹੀਨਿਆਂ ਵਾਸਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਸੌਸ ਵਗੈਰਾ ਜਾਂ ਜੂਸ ਵਗੈਰਾ ਜਿਹੜੇ ਆ। ਮੈਂ ਉਹੀ ਗੱਲ ਕਰਨਾ ਵੀ ਉਹ ਕੋਈ ਜਿਹੜਾ ਵੀ ਕੈਮੀਕਲ ਪਾਇਆ ਹੈਗਾ ਉਹਦੀ ਉਮਰ ਹੈਗੀ ਹੈ ਵੀ ਇਹ ਤੁਹਾਡੀ ਮਤਲਬ ਕਿ ਚੀਜ਼ ਨੂੰ ਇੰਨੀ ਦੇਰ ਤੱਕ ਠੀਕ ਰੱਖੂਗਾ, ਠੀਕ ਹੀ ਰੱਖੂਗਾ, ਸਵਾਦਲਾ ਰੱਖੂਗਾ, ਜਾਂ ਉਹਦਾ ਟੇਸਟ ਖਰਾਬ ਨਹੀਂ ਹੋਊਗਾ। ਆਪਾਂ ਮਤਲਬ ਕਿ ਕੋਈ ਚੀਜ਼ ਬਣਾਉਂਦੇ ਹੈਗੇ, ਇੱਕ ਦਿਨ ਵੱਧ ਤੋਂ ਵੱਧ ਰੱਖੀ, ਚਲੋ ਗਰਮੀਆਂ ਦੇ ਇੱਕ ਦਿਨ ਵੀ ਨਹੀਂ ਰੱਖੀ ਜਾਂਦੀ, ਕੁਝ ਘੰਟਿਆਂ ਬਾਅਦ ਹੀ ਉਹ ਮਤਲਬ ਕਿ ਖਟਾਸ ਮਾਰਨ ਲੱਗ ਪੈਂਦੀ ਹੈ, ਬਦਬੂ ਵੀ ਮਾਰਨ ਲੱਗ ਪੈਂਦੀ ਹੈ। ਉਹਨੂੰ ਰੁਕਣ ਵਾਸਤੇ ਕੋਈ ਕੈਮੀਕਲ ਪਾਇਆ ਨਾ, ਉਹ ਕੈਮੀਕਲ ਸਾਡੀ ਬੋਡੀ ਨੂੰ ਜਾ ਰਿਹਾ ਹੈਗਾ, ਉਹ ਅਸੀਂ ਵਾਧੂ ਖਾ ਰਹੇ ਹਾਂ ਜਿਹਦੀ ਲੋੜ ਨਹੀਂ ਹੈਗੀ। ਹੁਣ ਤੁਸੀਂ, ਮੈਂ ਗੱਲ ਕਰਦਾ ਵੀ ਆਪਣੇ ਜੇ ਘਰੇ ਮਤਲਬ ਕਿ ਨਿੰਬੂ ਲੱਗਿਆ ਹੋਇਆ ਹੈਗਾ, ਅਸੀਂ ਨਿੰਬੂ ਤੋੜ ਕੇ ਤੇ ਫਰੈਸ਼ ਨਿੰਬੂ ਦੇ ਇੱਕ ਮਤਲਬ ਕਿ ਗਲਾਸ ਬਣਾ ਕੇ ਨਿੰਬੂ ਦਾ ਸ਼ਿਕੰਜਵੀ ਦਾ ਪੀਂਦੇ ਹੈਗੇ ਆ। ਇੱਕ ਅਸੀਂ ਲੈਮਨ ਸਕੈਚ ਲੈ ਕੇ ਆਉਂਦੇ ਹੈਗੇ, ਉਹਨੇ ਨੇ ਉਸ ਲੈਮਨ ਨੂੰ ਨਿਚੋੜ ਕੇ ਕਰਕੇ ਉਹਦੇ 'ਚ ਕੁਛ ਕਿੰਨਾ ਕੁਛ ਪਾਇਆ ਹੈਗਾ। ਸਾਨੂੰ ਤਾਂ ਇਹ ਲੋੜ ਨਹੀਂ ਹੈਗੀ ਜੀ। ਮੈਂ ਕਹਾਂਗਾ ਇਹ ਜਿਹੜੀਆਂ ਵੀ ਚੀਜ਼ਾਂ ਪ੍ਰਜ਼ਰਵੇਟਿਵ ਨੇ, ਸਾਡੇ ਕੋਲ ਸਾਰਾ ਕੁਝ ਫਰੈਸ਼ ਹੈਗਾ, ਅਸੀਂ ਆਪਣੇ ਘਰੇ ਉਗਾ ਸਕਦੇ ਹੈਗੇ, ਪੁਦੀਨਾ ਪੁਦਾਨਾ, ਲਸਣ ਲੁਸਣ, ਇਹ ਸਾਰਾ ਕੁਝ। ਨਹੀਂ ਤਾਂ ਵੱਧ ਤੋਂ ਵੱਧ ਸਾਡੀ ਤਾਂ ਲੋਕਾਂ ਦੀ ਜਿਹੜੀ ਆਪਾਂ ਦੇਖੀਏ ਬੰਤਰ, ਸਾਡੇ ਤਾਂ ਗਲੀ ਦੇ ਵਿੱਚ ਵਾਜਾਂ ਮਾਰ ਕੇ ਲੋਕੀ ਸਬਜ਼ੀ ਵੇਚਦੇ ਹੈਗੇ ਨੇ। ਇਹ ਤਾਂ ਕਾਢਾਂ ਜਿਹੜੀਆਂ ਸੀਗੀਆਂ, ਇਹ ਤਾਂ ਉਹਨਾਂ ਲੋਕਾਂ ਵਾਸਤੇ ਸੀਗੀਆਂ ਜਿੱਥੇ 6-6 ਮਹੀਨੇ ਬਰਫ਼ ਰਹਿੰਦੀ ਹੈ, ਜਿੱਥੇ ਕੁਛ ਮਿਲਦਾ ਨਹੀਂ ਹੈਗਾ। ਵੀ ਉਹਨਾਂ ਨੇ ਕਿਹਾ ਵੀ ਚਲੋ ਹੁਣ 6 ਮਹੀਨੇ ਬਰਫ਼ ਰਹੂਗੀ, ਕੁਛ ਉਗਣਾ ਤਾਂ ਹੈ ਨਹੀਂ, ਆਪਾਂ ਕੁਛ ਇਹਨੂੰ ਸਾਂਭ ਕੇ ਰੱਖਣ ਦਾ ਕੋਈ ਜਰੀਆ ਲੱਭ ਲਈ ਹੈ। ਉਹਨਾਂ ਨੇ ਫਿਰ ਪ੍ਰਜ਼ਰਵੇਟਿਵ ਲੱਭੇ, ਤੇ ਉਹ ਵੀ ਤਰੀਕੇ ਆਪਣੇ ਵਿੱਚ ਵੀ ਹੈਗੇ ਨੇ ਸਮਾਜ ਦੇ ਵਿੱਚ। ਇਹ ਨਹੀਂ ਹੈਗੀ ਵੀ ਸਾਡੀ, ਮੈਨੂੰ ਯਾਦ ਹੈ ਸਾਡੀ ਮਾਂ ਮਤਲਬ ਕਿ ਗੋਭੀ ਸੁਕਾ ਕੇ ਰੱਖਦੀ ਸੀ, ਅਚਾਰ ਪਾ ਕੇ ਰੱਖਣਾ, ਇਹ ਸਾਰਾ ਕੁਝ ਸਾਂਭਣ ਵਾਲੀ ਚੀਜ਼ਾਂ ਹੀ ਨੇ। ਪਰ ਉਹ ਸਾਰੇ ਨੈਚੁਰਲ ਤਰੀਕੇ ਸੀਗੇ ਵੀ ਕਿਵੇਂ ਸਰੋਂ ਦਾ ਤੇਲ ਇਸਤੇਮਾਲ ਕਰਨਾ, ਉਹਦੇ ਵਿੱਚ ਉਹ ਪ੍ਰਜ਼ਰਵੇਟਿਵ ਵਧੀਆ ਹੈਗਾ। ਨਮਕ ਬੜਾ ਵਧੀਆ ਪ੍ਰਜ਼ਰਵੇਟਿਵ ਹੈਗਾ, ਤੁਸੀਂ ਨਮਕ ਦੇ ਵਿੱਚ ਉਹਨੂੰ ਕਰਦੇ ਹੈਗੇ। ਮਿੱਠਾ ਵੀ ਬਹੁਤ ਵਧੀਆ ਪ੍ਰਜ਼ਰਵੇਟਿਵ ਹੈਗਾ। ਪਰ ਇਹ ਸਾਡੇ ਨਾਰਮਲ ਹੈਗੇ ਨੇ ਚੀਜ਼ਾਂ। ਪਰ ਅਸੀਂ ਜਦੋਂ ਕੋਈ ਲੈਬਾਰਟਰੀ ਦੇ ਵਿੱਚ ਕੋਈ ਕੈਮੀਕਲ ਬਣਾਵਾਂਗੇ ਤਾਂ ਉਹ ਕੈਮੀਕਲ ਜਦੋਂ ਇਸਤੇਮਾਲ ਕਰਾਂਗੇ, ਉਹ ਸਾਡੇ ਸਰੀਰ 'ਚ ਜਾਊਗਾ, ਤਾਂ ਉਹਨੇ ਜਾ ਕੇ ਮਤਲਬ ਕਿ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣਾ ਹੀ, ਜਿਸ 'ਚ ਕੈਂਸਰ ਇੱਕ ਹੈਗਾ। ਡਾਕਟਰ ਸਾਹਿਬ ਜਾਂਦਿਆਂ ਇੱਕ ਗੱਲ ਹੋਰ ਸਾਂਝੀ ਕਰ ਲਈਏ। ਜਿਹੜਾ ਠੰਡ ਪਹਿਲਾਂ ਤਾਂ ਆ ਨਹੀਂ ਸੀ ਰਹੀ, ਜਦੋਂ ਆਈ ਤਾਂ ਇੱਕਦਮ ਬਹੁਤ ਜ਼ਿਆਦਾ ਠੰਡ ਹੋ ਗਈ, ਅਤੇ ਹੁਣ ਜਦੋਂ ਠੰਡ ਜਾ ਰਹੀ ਆ ਤਾਂ ਇੱਕਦਮ ਹੀ ਹੁਣ ਜਿਹੜਾ ਜਦੋਂ ਧੁੱਪ ਦਿਨੇ ਨਿਕਲਦੀ ਆ ਤਾਂ ਉਦੋਂ ਐਂ ਲੱਗਦਾ ਗਰਮੀ ਆ ਗਈ ਹੁੰਦੀ ਹੈ, ਜਿੱਦਾਂ
ਇਹ ਕੀ ਕਾਰਨ ਇੱਕਦਮ ਟੈਂਪਰੇਚਰ ਦੇ ਵਿੱਚ ਜਿਹੜਾ ਹੈ ਉਹ ਵਾਧਾ ਹੋਣ ਦਾ? ਨਹੀਂ ਦੇਖੋ ਜੀ, ਇਹ ਵਾਤਾਵਰਨ ਜਿਹੜਾ ਹੈ ਨਾ ਬਹੁਤ ਵੱਡਾ ਇਸ਼ੂ ਹੈ ਅੱਜ ਦੀ ਤਰੀਕ ਦੇ ਵਿੱਚ। ਆਪਾਂ ਮਤਲਬ ਕਿ ਕਰੀਏ ਤਾਂ ਹੁਣ ਕਿਸੇ ਵਕਤ ਮਤਲਬ ਕਿ ਜਿਹੜੇ ਸੀਗੇ ਸਾਡੇ ਕਿਸਾਨ ਭਰਾ ਜਿਹੜੇ ਖਾਸ ਤੌਰ 'ਤੇ ਫਸਲਾਂ ਦੇ ਨਾਲ ਵਾਤਾਵਰਨ ਦਾ ਸੰਬੰਧ ਹੈ, ਉਹਨਾਂ ਨੂੰ ਮਤਲਬ ਕਿ ਸਮਝ ਆਉਂਦੀ ਸੀਗੀ। ਅਤੇ ਦੂਜੀ ਗੱਲ ਹੈਗੀ ਵੀ ਜਦੋਂ ਅਸੀਂ ਪੋਲਿਊਸ਼ਨ ਦੀ ਗੱਲ ਕਰਦੇ ਸੀਗੇ, ਪਾਣੀ ਦਾ ਪੋਲਿਊਸ਼ਨ, ਹਵਾ ਦਾ ਪੋਲਿਊਸ਼ਨ ਹੈਗਾ, ਅਤੇ ਜਦੋਂ ਅਮੀਰ ਲੋਕ ਸੋਚਦੇ ਸੀਗੇ ਵੀ ਅਸੀਂ ਤਾਂ ਪਾਸ਼ ਕਲੋਨੀ ਦੇ ਵਿੱਚ ਰਹਿੰਦੇ ਹੈਗੇ ਹਾਂ, ਇਹ ਤਾਂ ਗਰੀਬਾਂ ਦੀ ਹੈਗੀ ਹੈ ਸਮੱਸਿਆ, ਸਾਨੂੰ ਤਾਂ ਕੋਈ ਲੈਣਾ ਦੇਣਾ ਨਹੀਂ। ਜਦੋਂ ਦਾ ਮਤਲਬ ਕਿ ਇਹ ਹੁਣ ਪਤਾ ਲੱਗਣ ਲੱਗਿਆ ਵੀ ਚਾਹੇ ਹਵਾ ਪੋਲਿਊਸ਼ਨ ਮਤਲਬ ਕਿ ਕਿਤੇ ਮਾੜੀ ਬਸਤੀ ਵਿੱਚ ਕਰੇ ਅਤੇ ਬੰਦਾ ਪਾਸ਼ ਕਲੋਨੀ 'ਚ ਰਹਿੰਦਾ ਹੋਵੇ, ਉੱਥੇ ਵੀ ਉਹ ਕਰਦੀ ਹੈ। ਉਵੇਂ ਜਿਵੇਂ ਸਾਡੇ ਵਰਗੇ ਜਿਹੜੇ ਮਤਲਬ ਕਿ ਤੀਸਰੀ ਦੁਨੀਆ ਦੇ ਦੇਸ਼ ਸੀਗੇ, ਪਾਕਿਸਤਾਨ, ਅਸੀਂ ਬੰਗਲਾਦੇਸ਼ ਵਗੈਰਾ, ਅਤੇ ਇਹ ਸੋਚਦੇ ਸੀ ਅਮਰੀਕਾ ਵਾਲੇ ਆਪਣੇ ਆਪ ਨੂੰ ਸੋਚਦੇ ਵੀ ਇਹ ਤਾਂ ਸਾਡਾ ਇਸ਼ੂ ਨਹੀਂ ਹੈ, ਇਹ ਤਾਂ ਇਹਨਾਂ ਦਾ ਹੈਗਾ। ਅਤੇ ਹੁਣ ਜਦੋਂ ਇਹ ਮਤਲਬ ਕਿ ਸਾਰੀ ਦੁਨੀਆ ਦੇ ਉੱਤੇ ਅਸਰ ਪੈਣ ਲੱਗਾ, ਤਾਂ ਹੁਣ ਮਾੜਾ ਮੋਟਾ ਹੁਣ ਜਿਹੜਾ ਵਿਸ਼ਵ ਸੰਮੇਲਨ ਵੀ ਹੁੰਦਾ, ਇਨਵਾਇਰਮੈਂਟ ਡੇ ਵੀ ਮਨਾਇਆ ਜਾਂਦਾ ਹੈਗਾ, ਅਤੇ ਸਾਰੇ ਦੇਸ਼ ਇਕੱਠੇ ਵੀ ਹੁੰਦੇ ਨੇ ਇਨਵਾਇਰਮੈਂਟ ਦੇ ਉੱਤੇ ਗੱਲ ਕਰਨ ਵਾਸਤੇ। ਪਰ ਇਹ ਦੇਖਣ ਜੇ ਹੁਣ ਕਾਰਬਨ ਡਾਈਆਕਸਾਈਡ ਹੈਗੀ ਹੈ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ, ਅਤੇ ਜਿਹੜਾ ਦੇਸ਼ ਕਾਰਬਨ ਡਾਈਆਕਸਾਈਡ ਵਧਾ ਰਹੇ ਹੈਗੇ ਨੇ, ਉਹਨਾਂ ਨੂੰ ਜਦੋਂ ਕਿਹਾ ਜਾਂਦਾ ਵੀ ਤੁਸੀਂ ਆਪਣਾ ਘੱਟ ਕਰੋ, ਉਹ ਉੱਥੇ ਜਾਂਦੇ ਹੈਗੇ ਨੇ ਅਤੇ ਫਿਰ ਉਹ ਟਿੱਚ ਸਮਝਦੇ ਨੇ, ਕਿਉਂਕਿ ਉਹਨਾਂ ਨੇ ਮਤਲਬ ਕਿ ਆਪਣਾ ਜਿਹੜਾ ਆਪਾਂ ਕਹਿੰਦੇ ਸਰਮਾਏਦਾਰੀ ਸਿਸਟਮ ਹੈ ਉਹ ਫਾਇਦਾ ਦੇਖਦਾ ਹੈਗਾ। ਜਿੱਥੇ ਉਹ ਕੰਟਰੋਲ ਕਰਨ ਦੀ ਗੱਲ ਆਉਂਦੀ, ਉੱਥੇ ਉਹ ਹੁੰਦਾ ਬਹੁਤਾ ਫਾਇਦਾ ਨਹੀਂ ਲੈਂਦਾ। ਜੀ। ਇਸ ਕਰਕੇ ਇਹ ਜਿਹੜੀ ਹੁਣ ਮੌਸਮਾਂ ਦੀ ਤਬਦੀਲੀ ਹੈ ਉਹਦੇ ਨਾਲ ਜੁੜੀ ਹੋਈ। ਜੀ ਬਿਲਕੁਲ। ਇਹਦੇ ਨਾਲ ਫਸਲਾਂ ਦੇ ਉੱਤੇ ਵੀ ਬਹੁਤ ਸਾਰਾ ਜਿਹੜਾ ਅਸਰ ਆ ਉਹ ਪੈਂਦਾ ਆ, ਅਤੇ ਸਬਜ਼ੀਆਂ ਦੇ ਉੱਤੇ ਵੀ। ਸੋ ਡਾਕਟਰ ਸਾਹਿਬ, ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਹੀ ਸਮਾਪਤ ਆ, ਅਤੇ ਬਹੁਤ ਸਾਰੀਆਂ ਖਬਰਾਂ ਦੇ ਉੱਤੇ ਵੀ ਚਰਚਾ ਹੋਈ। ਕੈਂਸਰ ਡੇ ਜਿਹੜਾ ਲੰਘ ਕੇ ਗਿਆ ਹੈ, ਉਹਦੇ ਉੱਤੇ ਵੀ ਜਿਹੜਾ ਆ ਉਹ ਗੱਲਾਂ ਦੇ ਉੱਤੇ ਜਿਹੜੀ ਚਰਚਾ ਆ ਉਹ ਹੋਈ। ਸੋ ਅਸੀਂ ਡਾਕਟਰ ਸਾਹਿਬ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਬ੍ਰੇਕਫਾਸਟ ਸ਼ੋਅ ਦੇ ਵਿੱਚ ਸ਼ਾਮਲ ਹੋਣ ਵਾਸਤੇ, ਚਰਚਾ ਕਰਨ ਵਾਸਤੇ। ਅਤੇ ਇਹ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ, ਇੱਥੇ ਆਗਿਆ ਚਾਹਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।